ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਡੰਡਾਉਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸ਼ੰਤ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਮੰਗਲ ਸਾਜ ਭਇਆ, ਪ੍ਰਭ ਆਪਣਾ ਗਾਇਆ ਰਾਮ। ਅਬਿਨਾਸੀ ਵਾਰ ਸੁਣਿਆ, ਮਨ ਉਪਜਿਆ ਚਾਇਆ ਰਾਮ। ਮੰਗਲ ਸਾਜ ਭਇਆ, ਪ੍ਰਭ ਆਪਣਾ ਗਾਇਆ ਰਾਮ। ਅਬਿਨਾਸੀ ਵਾਰ ਸੁਣਿਆ, ਮਨ ਉਪਜਿਆ ਚਾਇਆ ਰਾਮ। ਮਨ ਪ੍ਰੀਤ ਲਾਗੈ ਵੱਡਾ ਭਾਗੈ, ਕਬ ਮਿਲੀਐ ਪੂਰਨ ਪਤੀ। ਸਹਜੇ ਸਮਾਈਐ ਗੋਵਿੰਦ ਪਾਈਐ, ਦੇਹੋ ਸਖੀਏ ਮੋਹਿ ਮਤੇ। ਦਿਨ ਰੈਣ ਠਾਢੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ। ਬਿਨਵੰਤ ਨਾਨਕ ਕਰਹੁ ਕਿਰਪਾ, ਲਾਹੋ ਮੋਹਿ ਲੜ ਲਾਇਆ। ਦਿਨ ਰੈਣ ਠਾਢੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ। ਬਿਨਵੰਤ ਨਾਨਕ ਕਰਹੁ ਕਿਰਪਾ, ਲਾਹੋ ਮੋਹਿ ਲੜ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ
ਸਤ ਸੰਗਤ ਰੂਪ ਅੰਦਰ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਆਪਾਂ ਸਰਬੱਤ ਨੂੰ ਗੁਰੂ ਕਿਰਪਾ ਦੇ ਦੁਆਰਾ ਪ੍ਰਾਪਤ ਹੋਇਆ ਹੈ। ਇਸ ਬ੍ਰਹਿਮੰਡ ਦੇ ਸਭ ਤੋਂ ਬਰਕਤਮਈ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰਦਿਆਂ ਹੋਇਆਂ ਇਸ ਵਕਤ ਆਪ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਬੈਠੇ ਹੋ। ਅੱਜ ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਤਖਤ ਉੱਪਰ ਸੁਭਾਏਮਾਨ ਹੋ ਕਰਕੇ ਜੋ ਪਾਵਨ ਪਵਿੱਤਰ ਸ਼ਬਦ ਸ੍ਰੀ ਮੁਖਵਾਕ ਦੇ ਰੂਪ ਅੰਦਰ ਸਾਡੇ ਕਲਯੁਗੀ ਜੀਵਾਂ ਦੇ ਭਲੇ ਦੇ ਹਿਤ ਬਖਸ਼ਿਸ਼ ਕੀਤੇ ਹਨ। ਆਓ ਤਿਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਜੁੜੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਸਰੀਰ ਆਪ ਜੀ ਗੁਰੂ ਕੇ ਹਜ਼ੂਰ ਜੁੜ ਬੈਠੇ ਹੋ ਜਾਂ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਅੰਦਰ ਆਪਣੀ ਸੁਰਤ ਨੂੰ ਗੁਰੂ ਚਰਨਾਂ ਅੰਦਰ ਜੋੜ ਕਰਕੇ ਬੈਠੇ ਹੋ, ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਮੁਕੱਦਸ ਬਚਨਾਂ ਦੀ ਵਿਚਾਰ ਨਾਲ ਜੁੜਦਿਆਂ ਹੋਇਆਂ ਜੀਵਨ ਦੇ ਇਸ ਸਮੇਂ ਨੂੰ ਵਡਭਾਗੀ ਬਣਾਉਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਤਿਗੁਰਾਂ ਨੂੰ ਸੀਸ ਝੁਕਾ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ। ਅੱਜ ਦੇ ਇਹ ਪਾਵਨ ਪਵਿੱਤਰ ਬਚਨ ਜੋ ਸਾਨੂੰ ਸ੍ਰੀ ਮੁਖਵਾਕ ਜੀ ਦੇ ਰੂਪ ਅੰਦਰ ਪ੍ਰਾਪਤ ਹੋਏ ਹਨ, ਬਿਲਾਵਲ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਦੁਆਰਾ ਉਚਾਰਨ ਕੀਤੇ ਹੋਏ ਸ਼ੰਤ ਸਿਰਲੇਖ ਦੇ ਹੇਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 845 ਅਤੇ 46 ਉੱਪਰ ਸੁਭਾਏਮਾਨ ਹਨ। ਸ਼ਬਦ ਦੀ ਆਰੰਭਤਾ ਸਮੇਂ ਸੰਖੇਪ ਰੂਪ ਅੰਦਰ ਮੰਗਲ ਕਰਦਿਆਂ ਹੋਇਆਂ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਦਿਆਂ ਹੋਇਆਂ ਬਚਨ ਲਿਖੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਜੋ ਇੱਕ ਹੈ, ਜੋ ਸਾਰੇ ਬ੍ਰਹਿਮੰਡ ਦੇ ਅੰਦਰ ਵਿਦਮਾਨ ਹੈ, ਐਸਾ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰਾਂ ਦੀ ਕਿਰਪਾ ਦੇ ਦੁਆਰਾ ਹੀ ਜਗਿਆਸੂ ਜੀਵ ਨੂੰ ਪ੍ਰਾਪਤ ਹੁੰਦਾ ਹੈ। ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ RAM। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਸ਼ੰਤ ਦੇ ਅੰਦਰ 4 ਪਦੇ ਸਤਿਗੁਰਾਂ ਨੇ ਦਰਜ ਕੀਤੇ ਔਰ ਚਾਰੇ ਹੀ ਪਦਿਆਂ ਦੇ ਅੰਦਰ ਸਤਿਗੁਰੂ ਜੀ ਨੇ ਜੋ ਸਾਨੂੰ ਵਿਚਾਰਧਾਰਾ ਬਖਸ਼ਿਸ਼ ਕੀਤੀ, ਸਾਡੇ ਜੀਵਨ ਦੇ ਵਾਸਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮੁੱਚੀ ਬਾਣੀ ਦੇ ਅੰਦਰ ਜਿਸ ਕਰਤਾ ਪੁਰਖ ਵਾਹਿਗੁਰੂ ਜੀ ਦਾ ਜ਼ਿਕਰ ਕੀਤਾ ਹੈ, ਜਿਸ ਪਰਮੇਸ਼ਰ ਸੁਆਮੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਤਿਗੁਰਾਂ ਨੇ ਇੰਨਾ ਵਡਿਆਇਆ ਹੈ,
ਉਸ ਕਰਤਾ ਪੁਰਖ ਨਿਰੰਕਾਰ ਵਾਹਿਗੁਰੂ ਜੀ ਦਾ ਮਿਲਾਪ ਹੋਵੇ, ਉਹ ਢੰਗ ਤਰੀਕਾ, ਉਹ ਜੁਗਤ ਕਿਹੜੀ ਹੋਵੇ ਤੇ ਉਹ ਕਿਸ ਪ੍ਰਕਾਰ ਦੇ ਨਾਲ ਵਿਧੀ ਬਣਦੀ ਹੈ ਕਿ ਕਿਹੜੇ ਤਰੀਕੇ ਦੇ ਦੁਆਰਾ, ਕਿੰਨਾ ਸਖੀਆਂ ਦੇ ਦੁਆਰਾ, ਕਿਹੜੇ ਐਸੇ ਸਤਿਪੁਰਖ ਹਨ ਜਿਹੜੇ ਇੱਕ ਜਗਿਆਸੂ ਜੀਵ ਦਾ ਮਿਲਾਪ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਕਰਾ ਸਕਦੇ ਹਨ। ਤੇ ਉਪਰੰਤ ਜਦੋਂ ਫਿਰ ਕਰਤਾ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਹੋ ਜਾਵੇ, ਇਸ ਜੀਵਨ ਦੇ ਅੰਦਰ ਤਬਦੀਲੀ ਕੈਸੀ ਆਉਂਦੀ ਹੈ। ਇਹ ਸਰੀਰ ਜਿਹੜਾ ਕਿ 5 ਤੱਤਾਂ ਤੋਂ ਬਣਿਆ ਹੋਇਆ ਹੈ, ਇਸ ਸਰੀਰ ਦੀ ਹਾਲਤ ਫਿਰ ਕੀ ਹੈ, ਜੀਵਨ ਦੇ ਅੰਦਰ ਕਿਸ ਪ੍ਰਕਾਰ ਆਨੰਦ ਖੁਸ਼ੀਆਂ ਵਰਤਦੀਆਂ ਨੇ। ਅੱਜ ਦੇ ਇਹਨਾਂ ਪਾਵਨ ਬਚਨਾਂ ਵਿੱਚ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਸਮਝਾਇਆ, ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਸ਼ਬਦ ਦੀ ਆਰੰਭਤਾ ਹੈ। ਮੰਗਲ ਸਾਜ ਤੋਂ ਅਰਥ ਹੈ ਕਿ ਉਹ ਗੀਤ ਜਿਨ੍ਹਾਂ ਵਿੱਚ ਅਤਿਅੰਤ ਖੁਸ਼ੀਆਂ ਨੇ, ਜਿਨ੍ਹਾਂ ਦੇ ਅੰਦਰ ਬੇਹੱਦ ਪ੍ਰਸੰਨਤਾ ਹੈ। ਸੰਸਾਰ ਦਾ ਮਨੁੱਖ ਪ੍ਰਸੰਨਤਾ ਨੂੰ ਹਾਸਲ ਕਰਨ ਦੀ ਖਾਤਰ, ਖੁਸ਼ੀ ਨੂੰ ਹਾਸਲ ਕਰਨ ਦੀ ਖਾਤਰ ਪਦਾਰਥਾਂ ਦੇ ਪਿੱਛੇ ਪਿੱਛੇ ਦੌੜਦਾ ਹੈ, ਕਿਉਂਕਿ ਅਸੀਂ ਸੰਸਾਰੀ ਬਿਰਤੀ ਦੇ ਲੋਕ ਹਾਂ। ਸਾਡੇ ਮਨ ਨੂੰ ਇਉਂ ਜਾਪਦਾ ਹੁੰਦਾ ਹੈ ਕਿ ਜੇ ਸੰਸਾਰ ਦੇ ਬਹੁਤੇ ਸਾਰੇ ਪਦਾਰਥ ਸਾਡੇ ਘਰ, ਸਾਡੇ ਜੀਵਨ ਅੰਦਰ ਹੋਵਣਗੇ ਤੇ ਉਹਨਾਂ ਪਦਾਰਥਾਂ ਦੀ ਪ੍ਰਾਪਤੀ, ਉਹਨਾਂ ਨੂੰ ਵਿਆਜਣਾ, ਉਹਨਾਂ ਨੂੰ ਪੁੰਚਣਾ, ਉਹਨਾਂ ਨੂੰ ਵਰਤੋਂ ਵਿੱਚ ਲਿਆਉਣਾ ਸਾਡੇ ਸੁੱਖਾਂ ਦਾ ਕਾਰਨ ਬਣ ਜਾਵੇਗਾ। ਪਰ ਜਦੋਂ ਸਿੱਖ ਦਾ ਪਰਮ ਫਰਜ਼ ਹੈ ਵੀ ਸਤਿਗੁਰੂ ਦੇ ਕੋਲੋਂ ਹੀ ਸੇਧ ਲੈਣੀ ਹੈ, ਸੇਧ ਗੁਰੂ ਸਾਹਿਬਾਨ ਦੇ ਕੋਲੋਂ ਆਪਣੇ ਜੀਵਨ ਨੂੰ ਜਿਉਣ ਦੀ ਜਦੋਂ ਪ੍ਰਾਪਤ ਕਰਨੀ ਹੈ, ਤੇ ਫਿਰ ਜੋ ਸੇਧ ਸਤਿਗੁਰਾਂ ਨੇ ਦਿੱਤੀ ਹੈ ਉਹਦੇ ਅਨੁਸਾਰ ਸਾਨੂੰ ਚੱਲਣਾ ਵੀ ਪਵੇਗਾ। ਸਾਹਿਬ ਜੀ ਇਸ ਪਾਵਨ ਪੰਕਤੀ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ। ਸਾਹਿਬ ਆਖਣ ਲੱਗੇ, ਉਹ ਮੰਗਲ, ਉਹ ਖੁਸ਼ੀ ਦੇ ਵਾਜੇ, ਉਹ ਅਨਹਦ ਵਾਜੇ ਵੱਜੇ ਨੇ ਜਿਨ੍ਹਾਂ ਦੀ ਸੰਸਾਰੀ ਪਦਾਰਥਾਂ ਦੇ ਸਾਹਮਣੇ ਬਹੁਤ ਉੱਚੀ ਜਿਹੜੀ ਹੈ ਉਹ ਇੱਕ ਹੈਸੀਅਤ ਹੈ। ਵੇਖੋ, ਸੰਸਾਰ ਦਾ ਜੋ ਵਿਆਜਣਾ ਹੈ ਉਹਦੀ ਵਰਤੋਂ, ਵਿਹਾਰ ਸਾਰਾ ਕੁਝ ਸੰਸਾਰ ਵਿੱਚ ਹੋਵੇਗਾ। ਪਰ ਸਤਿਗੁਰੂ ਜੀ ਜੋ ਸਾਨੂੰ ਸਮਝਾ ਰਹੇ ਨੇ, ਜਿਨ੍ਹਾਂ ਮੰਗਲਾਂ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ, ਜਿਹੜੇ ਸਾਨੂੰ ਸदैव ਖੁਸ਼ੀ ਵਿੱਚ ਰੱਖਦੇ ਨੇ, ਉਹ ਮੰਗਲ ਕਿਵੇਂ ਵੱਜਦੇ ਨੇ ਇਸ ਹਿਰਦੇ ਅੰਦਰ, ਇਸ ਜੀਵਨ ਅੰਦਰ। ਪ੍ਰਭ ਆਪਣਾ ਗਾਇਆ ਰਾਮ। ਇੱਕੋ ਇੱਕ ਤਰੀਕਾ ਹੈ, ਜਦੋਂ ਜੀਵ ਇਸਤਰੀ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣ ਜਪਣ ਲੱਗ ਪਵੇ, ਜਦੋਂ ਭੈ ਭਾਵਨੀ ਵਿੱਚ ਰਹਿ ਕਰਕੇ ਜੀਵਨ ਅੰਦਰ ਕੇਵਲ ਪ੍ਰਭੂ ਦੀ ਬੰਦਗੀ ਦਾ ਆਸਰਾ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜਗਿਆਸੂ ਨੂੰ ਪ੍ਰਾਪਤ ਹੋ ਜਾਵੇ, ਤਾਂ ਜੀਵਨ ਦੇ ਅੰਦਰ ਉਹ ਖੁਸ਼ੀਆਂ ਨੇ ਜਿਨ੍ਹਾਂ ਨੂੰ ਕੋਈ ਡੋਲਾ ਨਹੀਂ ਸਕਦਾ, ਜਿਨ੍ਹਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਸਾਹਿਬ ਆਖਣ ਲੱਗੇ, ਇਹ ਸਾਰਾ ਕੁਝ ਹੋਵੇਗਾ ਕਦੋਂ? ਜਦੋਂ ਕਰਤਾ ਪੁਰਖ ਵਾਹਿਗੁਰੂ ਜੀ ਨੂੰ, ਉਹ ਨਿਰੰਕਾਰ ਜਿਹਦੇ ਉੱਪਰ ਹਰੇਕ ਜੀਵ ਦਾ ਹੀ ਬਰਾਬਰ ਦਾ ਹੱਕ ਹੈ, ਪ੍ਰਭ ਆਪਣਾ ਗਾਇਆ ਰਾਮ। ਆਪਣਾ ਕਿਹਨੂੰ ਕਿਹਾ ਜਾਂਦਾ? ਜਿਹਦੇ ਤੇ ਮਾਣ ਹੋਵੇ। ਸੰਸਾਰ ਵਿੱਚ ਵਿਚਰਦਿਆਂ ਹੋਇਆਂ ਅਸੀਂ ਆਪਣੇ ਰਿਸ਼ਤੇਦਾਰ, ਧੀਆਂ ਪੁੱਤਰ, ਧਨ ਦੌਲਤ ਨੂੰ ਆਪਣਾ ਬੜੇ ਮਾਣ ਨਾਲ ਕਹਿ ਲਈਦਾ, ਪਰ ਸਤਿਗੁਰੂ ਜੀ ਆਖਦੇ ਨੇ, ਭਾਈ ਤੁਹਾਡਾ ਆਪਣਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਜੇ ਤੁਹਾਨੂੰ ਇਹ ਸਮਝ ਆ ਜਾਵੇ ਤਾਂ ਜੀਵਨ ਦੇ ਅੰਦਰ ਸਥਿਰਤਾ ਪ੍ਰਾਪਤ ਹੋਵੇਗੀ, ਟਿਕਾ ਪ੍ਰਾਪਤ ਹੋਵੇਗਾ, ਇੱਕ ਇੱਦਾਂ ਦੀ ਖੁਸ਼ੀ ਤੇ ਆਨੰਦ ਮਿਲੇਗਾ ਜਿਹਦੇ ਮੁਕਾਬਲੇ ਦੇ ਉੱਤੇ ਕੋਈ ਗਮ, ਕੋਈ ਹੋਰ ਵਿਕਾਰ ਔਗਣ ਤੁਹਾਨੂੰ ਡੋਲਾ ਨਹੀਂ ਸਕੇਗਾ। ਅਬਨਾਸੀ ਵਰ ਸੁਣਿਆ, ਮਨ ਉਪਜਿਆ ਚਾਹਿਆ ਰਾਮ। ਹੁਣ ਉਹ ਅਕਾਲ ਪੁਰਖ ਵਾਹਿਗੁਰੂ, ਉਹਦੀ ਹਸਤੀ ਕੀ ਹੈ? ਆਪਾਂ ਸਾਰੇ ਇਹ ਜਾਣਦੇ ਹਾਂ, ਰੋਜ਼ ਬਚਨ ਪੜ੍ਹਦੇ ਹਾਂ, ਸਤਿਗੁਰਾਂ ਦਾ ਬੋਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਸਤੀ ਦਾ ਨਿਰਣਾ ਕਰਦਾ ਹੈ। ਨਾ ਉਹ ਮਰੈ ਨਾ ਹੋਵੇ ਸੋਗ। ਨਿਰੰਕਾਰ ਵਾਹਿਗੁਰੂ ਜੀ ਦਾ ਗੁਣ ਹੈ, ਉਹਦੀ ਵਡਿਆਈ ਹੈ, ਮਹਿਮਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਨਾਸ ਹੋਣ ਵਾਲਾ ਨਹੀਂ। ਸਾਰੀ ਧਰਤੀ, ਸਗਲ ਬ੍ਰਹਿਮੰਡ ਉਸ ਨਿਰੰਕਾਰ ਦਾ ਸਿਰਜਿਆ ਤੇ ਸਾਜਿਆ ਹੋਇਆ ਹੈ। ਉਸ ਨਿਰੰਕਾਰ ਦੇ ਸਿਰਜੇ ਹੋਏ ਬ੍ਰਹਿਮੰਡ ਦੇ ਅੰਦਰ ਸਭ ਕੁਝ ਆਵਣ ਜਾਣ ਦੇ ਖੇਲ ਵਿੱਚ ਵੱਜਾ ਹੋਇਆ ਹੈ।
ਪਰ ਇਸ ਸਭ ਕਾਸੇ ਨੂੰ ਸਿਰਜਣ ਵਾਲਾ ਉਹ ਪ੍ਰਮਾਤਮਾ ਉਹ ਸदैव ਆਦਿ ਕਾਲ ਤੋਂ ਮੁੱਢ ਤੋਂ ਲੈ ਕੇ ਸਦੀਵ ਹੋਣ ਵਾਲਾ ਹੈ। ਅਵਿਨਾਸ਼ੀ ਤੋਂ ਭਾਵ ਹੈ ਉਹ ਨਾਸ ਹੋਣ ਵਾਲਾ ਨਹੀਂ। ਸੰਸਾਰ ਦੇ ਵਿੱਚ ਬੰਦਾ ਸਿਰਜਿਆ, ਨਿਰੰਕਾਰ ਨੇ ਮਨੁੱਖ ਦੀ ਘਾੜਤ ਘੜੀ, ਪਸ਼ੂ ਪੰਛੀ ਜੀਵ ਜੰਤੂ ਨੇ ਸਭ ਜੂਨੀਆਂ ਦੀ ਇੱਕ ਮਰਿਆਦਾ ਬਣਾ ਦਿੱਤੀ ਕਿ ਇੱਕ ਸਮਾਂ ਜਨਮਦਾ ਹੈ, ਇੰਨਾ ਜੀਵਨ ਹੰਢਾ ਕੇ ਹਰੇਕ ਨੇ ਚਲੇ ਜਾਣਾ। ਚਾਰ ਖਾਣੀਆਂ ਦੇ ਦੁਆਰਾ ਜੀਵਨ ਪੈਦਾ ਹੁੰਦਾ ਹੈ, ਅੰਡਜ, ਜੇਰਜ, ਸੇਤਜ ਔਰ ਉਤਪੁਜ। ਇਹਨਾਂ ਚੌਹਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਇਹ ਹੁਕਮ ਲਾਗੂ ਹੈ ਕਿ ਉਹਨਾਂ ਨੂੰ ਮਿਥਿਆ ਹੋਇਆ ਸਮਾਂ ਮਿਲੇ। ਪਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੈਸੀਅਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਬਚਨਾਂ ਅੰਦਰ ਸਿੱਖ ਨੂੰ ਆਰੰਭਤਾ ਵੇਲੇ ਸਮਝਾ ਦਿੱਤਾ। ਐ ਗੁਰਸਿੱਖਾ, ਜਿਸ ਨਿਰੰਕਾਰ ਦੇ ਲੜ ਮੈਂ ਤੈਨੂੰ ਲਾ ਰਿਹਾ, ਜਿਸ ਨਿਰੰਕਾਰ ਦੀ ਵਡਿਆਈ ਬੰਦਗੀ ਭਗਤੀ ਉਪਮਾ ਕਰਨ ਵਾਸਤੇ ਤੈਨੂੰ ਕਿਹਾ ਜਾ ਰਿਹਾ ਹੈ, ਉਹਦਾ ਗੁਣ ਕੀ ਹੈ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਿਸੇ ਦਾ ਆਉਣ ਵਾਲਾ ਭਵਿੱਖ ਕੋਈ ਦੂਜਾ ਬਿਆਨ ਨਹੀਂ ਕਰ ਸਕਦਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਬਾਰੇ ਕਿਹਾ ਵੀ ਆਉਣ ਵਾਲੇ ਸਮੇਂ ਵਿੱਚ ਵੀ ਜੋ ਪਿਛਾਂ ਨਹੀਂ ਤੱਕਿਆ, ਨਹੀਂ ਵੇਖਿਆ, ਉਹ ਤਾਂ ਇੱਕ ਪਾਸੇ ਰਹਿ ਗਿਆ, ਪਰ ਰੱਬ ਜੀ ਦੀ ਹੋਂਦ ਉਦੋਂ ਵੀ ਮੌਜੂਦ ਸੀ। ਆਉਣ ਵਾਲਾ ਸਮਾਂ ਜਿਹਨੂੰ ਭਵਿੱਖ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ, ਧਰਤੀ ਦਾ ਟੁਕੜਾ ਕਾਇਮ ਰਹੇ ਚਾਹੇ ਨਾ ਰਹੇ, ਇਹਦੇ ਉੱਤੇ ਜੀਵਨ ਦੀ ਧਾਰਾ ਵਹਿ ਸਕੇ ਪਤਾ ਨਹੀਂ ਹੈ, ਪਰ ਨਿਰੰਕਾਰ ਵਾਹਿਗੁਰੂ ਜੋ ਅਵਿਨਾਸ਼ੀ ਹੈ ਉਹਦੀ ਹੋਂਦ ਜ਼ਰੂਰ ਮੌਜੂਦ ਹੋਵੇਗੀ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ ਕਿ ਜਦੋਂ ਇਸ ਗੱਲ ਦਾ ਪਤਾ ਜੀਵ ਇਸਤਰੀ ਨੂੰ ਲੱਗਾ ਵੀ ਜਿਸ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਮੈਂ ਵਰ ਰੂਪ ਅੰਦਰ ਧਿਆਉਣਾ ਹੈ, ਕਿਉਂਕਿ ਸਤਿਗੁਰਾਂ ਨੇ ਇਹ ਜਿਹੜਾ ਪਹਿਲਾ ਪਦਾ ਹੈ, ਮਹਾਰਾਜ ਸਾਹਿਬ ਜੀ ਨੇ ਜਿੱਥੇ ਜਗਿਆਸੂ ਬਣ ਕੇ ਸਾਡਾ ਭਲਾ ਕੀਤਾ, ਉੱਥੇ ਨਾਲ ਇੱਕ ਨਿਰਣਾ ਦਿੱਤਾ, ਭਾਈ ਅਸੀਂ ਭਾਵੇਂ ਇਸਤਰੀ ਹਾਂ ਭਾਵੇਂ ਮਰਦ ਹਾਂ, ਪਰ ਨਿਰੰਕਾਰ ਵਾਹਿਗੁਰੂ ਜੀ ਦੇ ਵਾਸਤੇ ਸਾਰੀਆਂ ਉਹਦੀਆਂ ਪਤਨੀਆਂ ਨੇ ਜੀਵ ਰੂਪੀ ਇਸਤਰੀਆਂ ਹਨ। ਇਹ ਅਕਾਲ ਪੁਰਖ ਵਾਹਿਗੁਰੂ ਇਕੱਲਾ ਇਹਨਾਂ ਦਾ ਮਾਲਕ ਹੈ, ਇਹਨਾਂ ਦਾ ਖਸਮ ਹੈ, ਇੱਕ ਪੁਰਖ ਉਹੀ ਹੋਈ ਹੈ, ਦੂਜਾ ਹੋਰ ਕੋਈ ਨਹੀਂ। ਤੇ ਸਾਹਿਬ ਆਖਣ ਲੱਗੇ ਜਦੋਂ ਜਗਿਆਸੂ ਜੀਵ ਇਸਤਰੀ ਇਸ ਗੱਲ ਬਾਰੇ ਸੁਣਦੀ ਹੈ ਕਿ ਜਿਸ ਨਿਰੰਕਾਰ ਨੂੰ ਮੈਂ ਧਿਆਉਣਾ ਹੈ, ਜਿਹਨੂੰ ਜਪਣਾ ਹੈ, ਜਿਹਨੂੰ ਸੁਣਨਾ ਸਿਮਰਨਾ ਹੈ, ਜਿਹਦੀ ਦਿੱਤੀ ਹੋਈ ਮਰਿਆਦਾ ਵਿੱਚ ਰਹਿਣਾ ਹੈ, ਉਹ ਤੇ ਕਦੇ ਨਾਸ਼ ਹੀ ਨਹੀਂ ਹੋਣ ਵਾਲਾ। ਉਹਦੀ ਵਡਿਆਈ ਮਹਿਮਾ ਅਪਾਰ ਹੈ, ਜੁਗਾਂ ਜੁਗਾਂਤਰਾਂ ਤੋਂ ਲੈ ਕੇ ਉਹਦੀ ਹਸਤੀ ਕਾਇਮ ਤੇ ਸਦਾ ਕਾਇਮ ਦਾਇਮ ਰਹਿਣ ਵਾਲੀ ਹੈ। ਐਸੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਸਾਡੇ ਤੇ ਪਰਉਪਕਾਰ ਕੀਤੇ ਕਿ ਸਾਨੂੰ ਲੜ ਅਕਾਲ ਪੁਰਖ ਵਾਹਿਗੁਰੂ ਜੀ ਦੇ ਲਾਇਆ ਤੇ ਇਹ ਬਚਨ ਕੀਤਾ। ਸਾਹਿਬ ਕਹਿੰਦੇ ਜਦੋਂ ਜਗਿਆਸੂ ਜੀਵ ਇਸਤਰੀ ਨੂੰ ਇਹ ਪਤਾ ਚੱਲਿਆ ਕਿ ਜਿਸ ਪਤੀ ਪਰਮੇਸ਼ਵਰ ਦਾ ਮੈਂ ਮਿਲਾਪ ਮੰਨਣਾ ਹੈ, ਉਹ ਮਿਲਾਪ ਸदैव ਰਹਿਣ ਵਾਲਾ ਹੈ, ਕਿਉਂਕਿ ਉਸ ਮਿਲਾਪ ਦੇ ਦੇਣ ਵਾਲਾ ਮਾਲਕ ਸਦੀਵੀ ਹੋਣ ਵਾਲਾ ਹੈ। ਤਾਂ ਸਾਹਿਬ ਆਖਣ ਲੱਗੇ ਮਨ ਉਪਜਿਆ ਚਾਹਿਆ ਰਾਮ, ਪ੍ਰਭੂ ਦਾ ਇਹ ਗੁਣ, ਉਹਦੀ ਇਹ ਵਡਿਆਈ ਸੁਣ ਕੇ ਮਨ ਦੇ ਅੰਦਰ ਚਾਉ ਪੈਦਾ ਹੋਇਆ ਹੈ। ਮਨ ਪ੍ਰੀਤ ਲਾਗਾ ਵੱਡਾ ਭਾਗਾ, ਕਬ ਮਿਲਿਆ ਪੂਰਨ ਪਤੀ। ਸਾਹਿਬ ਆਖਣ ਲੱਗੇ ਇਹ ਵੀ ਸੱਚ ਹੈ ਕਿ ਪ੍ਰਭੂ ਦੇ ਨਾਲ ਪ੍ਰੀਤ ਵੀ ਉਹਦੀ ਕਿਰਪਾ ਦੇ ਦੁਆਰਾ ਹੀ ਜਿਹੜੀ ਹੈ ਨਾ, ਉਹ ਸਾਡੇ ਮਨ ਅੰਦਰ ਪੈਦਾ ਹੁੰਦੀ ਹੈ। ਗੁਰਦੁਆਰੇ ਜਾਣਾ, ਸੇਵਾ ਕਰਨੀ, ਬਾਣੀ ਪੜ੍ਹਨੀ, ਗੁਰੂ ਮਿਲਾਪ ਦੇ ਵਾਸਤੇ ਆਪਣੇ ਮਨ ਦੇ ਅੰਦਰ ਬੇਬਲਤਾ ਲੈ ਕੇ ਆਉਣੀ, ਇਹ ਦਾਤ ਵੀ ਨਿਰੰਕਾਰ ਵਾਹਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਤੇ ਸਾਹਿਬ ਕਹਿੰਦੇ ਜਦੋਂ ਇਹ ਮਨ ਦੇ ਅੰਦਰ ਐਸੀ ਪ੍ਰੀਤ ਪੈਦਾ ਹੋ ਜਾਵੇ, ਫਿਰ ਨਾਲ ਇੱਕ ਉਤਸੁਕਤਾ ਪੈਦਾ ਹੋ ਜਾਂਦੀ ਹੈ, ਜਿਹਨੂੰ ਆਪਾਂ ਇਉਂ ਕਹਿ ਲਈਏ ਵੀ ਮਨ ਦੇ ਅੰਦਰ ਇੱਕ ਐਸੀ ਕਾਹਲ ਪੈਦਾ ਹੁੰਦੀ ਹੈ ਪ੍ਰੇਮ ਵਿੱਚ ਭਿੱਜ ਕੇ ਕਿ ਕਦੋਂ ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਉਹਦਾ ਮਿਲਾਪ ਹਾਸਲ ਹੋਵੇ, ਜਿਹੜਾ ਨਿਰੰਕਾਰ ਵਾਹਿਗੁਰੂ ਅਵਿਨਾਸ਼ੀ ਹੈ, ਜਿਹਦੇ ਜੀਵਨ ਵਿੱਚ ਆਉਣ ਦੇ ਕਰਕੇ, ਜਿਹਦਾ ਸਾਥ ਮਾਨਣ ਕਰਕੇ ਜ਼ਿੰਦਗੀ ਦੇ ਅੰਦਰ ਅਨਹਦ ਵਾਜਿਆਂ ਦੀ ਧੁਨ ਜਿਹੜੀ ਆਰੰਭ ਹੋ ਜਾਂਦੀ, ਉਹ ਪਤੀ ਪਰਮੇਸ਼ਵਰ ਜਿਹੜਾ ਸदैव ਪੂਰਨ ਹੈ,
ਸਰਬ ਕਲਾ ਸਮਰੱਥ ਹੈ, ਜਿਹਦੇ ਵਿੱਚ ਊਣਤਾ ਹੀ ਕੋਈ ਨਹੀਂ। ਸਾਹਿਬ ਆਖਣ ਲੱਗੇ ਵੱਡੇ ਭਾਗਾਂ ਦੇ ਦੁਆਰਾ ਉਹਦੇ ਮਿਲਾਪ ਦੇ ਪ੍ਰਤੀ ਪ੍ਰੀਤ ਮਨ ਦੇ ਅੰਦਰ ਪੈਦਾ ਹੁੰਦੀ ਹੈ। ਸਹਜੇ ਸਮਾਈਆ ਗੋਬਿੰਦ ਪਾਈਆ, ਦੇਹੋ ਸਖੀਏ ਮੋਹਿ ਮਤੇ। ਸਾਹਿਬ ਕਿਰਪਾਲੂ ਦਇਆਲੂ ਸਤਿਗੁਰੂ ਜੀ, ਸਤਿਗੁਰੂ ਸਾਨੂੰ ਸਮਝਾਉਂਦਿਆਂ ਹੋਇਆਂ ਇਹ ਬਚਨ ਕਰਦੇ ਹਨ, ਭਾਈ ਹੁਣ ਵਿਚਾਰ ਉਹਦੇ ਨਾਲ ਕਰੀਏ ਜਿਹੜੀ ਆਪ ਜੀਵ ਇਸਤਰੀ ਦਾ ਮਿਲਾਪ ਪ੍ਰਭੂ ਨਾਲ ਹੋਇਆ। ਇਹ ਰਹੱਸ, ਇਹ ਰਮਜ ਉਹਨੂੰ ਸਮਝ ਆਵੇਗਾ ਜਿਨ੍ਹਾਂ ਨੇ ਆਪ ਇਸ ਸਾਥ ਨੂੰ ਮਾਣਿਆ। ਕਿਉਂਕਿ ਜਿਸ ਬੰਦੇ ਨੇ ਪਰਮੇਸ਼ਰ ਦੇ ਸਾਥ ਨੂੰ, ਪਿਆਰ ਨੂੰ ਨਹੀਂ ਮਾਣਿਆ, ਵਿਆਜਿਆ, ਜਿਹੜਾ ਅਜੇ ਸੰਸਾਰ ਦੇ ਤਲ ਦੇ ਉੱਤੇ ਜਿਉ ਰਿਹਾ ਹੈ, ਉਹਨਾਂ ਲੋਕਾਂ ਦੀ ਬਾਬਤ ਬਾਣੀ ਨੇ ਇੱਕ ਬਚਨ ਆਖਿਆ, ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਰੱਬ ਦੇ ਪਿਆਰੇ, ਉਹਨੂੰ ਜਪਣ ਵਾਲੇ, ਸਿਮਰਨ ਵਾਲੇ ਤੇ ਕੇਵਲ ਪਦਾਰਥਾਂ ਵਿੱਚ ਖਚਤ ਹੋ ਕੇ ਸੰਸਾਰ ਦੀ ਬਿਰਤੀ ਨੂੰ ਧਾਰਨ ਵਾਲੇ ਲੋਕ, ਉਹਨਾਂ ਦਾ ਤੇ ਰੱਬ ਦੇ ਪਿਆਰਿਆਂ ਦਾ ਕਦੀ ਵਿਚਾਰਕ ਤੌਰ ਤੇ ਸੋਚਦੇ ਕਰਕੇ ਜੋੜ ਮੇਲ ਨਹੀਂ ਬਣਦਾ। ਕਿਉਂਕਿ ਰੱਬ ਦੇ ਪਿਆਰੇ ਉਹ ਤਾਂ ਬੰਦਗੀ ਭਗਤੀ ਪੈ ਭਾਵਨੀ ਦਾ ਬਚਨ ਕਰਨਗੇ, ਤੇ ਸੰਸਾਰੀ ਲੋਕ ਜਿੱਥੇ ਬਹਿਣਗੇ ਘਰ-ਬਾਰ ਤੇ ਕਾਰੋਬਾਰ ਦੀ ਗੱਲਬਾਤ ਛੇੜ ਕੇ ਬਹਿ ਜਾਂਦੇ ਨੇ। ਸਾਹਿਬ ਆਖਦੇ ਨੇ ਹੁਣ ਸਾਥ ਵੀ ਉਹਦਾ ਮਾਣਿਆ ਹੀ ਭਲਾ ਦਿੰਦਾ, ਸੰਗਤ ਵੀ ਉਸੇ ਦੀ ਕਰੀਏ ਜਿਸ ਸਖੀ ਨੂੰ, ਜਿਸ ਭੈਣ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਹਾਸਲ ਹੈ, ਉਹਦੇ ਕੋਲੋਂ ਪੁੱਛੀਏ ਵੀ ਕਿਰਪਾ ਕਰੋ ਜਿਸ ਤਰੀਕੇ ਦੇ ਦੁਆਰਾ ਤੁਹਾਨੂੰ ਇਹ ਮਿਲਾਪ ਹਾਸਲ ਹੋਇਆ ਹੈ, ਉਸ ਤਰੀਕੇ ਦੀ ਮਤ, ਉਸ ਤਰੀਕੇ ਦੀ ਲਿਆਕਤ ਸਾਨੂੰ ਵੀ ਬਖਸ਼ ਦਿੱਤੀ ਜਾਵੇ। ਸਹਜੇ ਸਮਾਈਐ ਗੋਬਿੰਦ ਪਾਈਐ। ਔਰ ਇੱਕ ਬਚਨ ਇਹ ਵੀ ਜ਼ਰੂਰੀ ਹੈ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿਲਾਪ ਵਾਸਤੇ ਮਨ ਦੇ ਅੰਦਰ ਟਿਕਾ ਹੋਣਾ ਬੜਾ ਜ਼ਰੂਰੀ ਹੈ। ਚਾਹੇ ਬਾਣੀ ਪੜ੍ਹੀਏ, ਚਾਹੇ ਸੇਵਾ ਕਰੀਏ, ਇਹ ਸਾਰਾ ਕੁਝ ਜਿੰਨਾ ਵੀ ਅਸੀਂ ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਕਰਨਾ ਹੈ ਨਾ, ਇਸ ਸਭ ਦੇ ਅੰਦਰ ਆਤਮਿਕ ਅਡੋਲਤਾ ਦੀ, ਸਹਿਜ ਦੀ ਬੜੀ ਵੱਡੀ ਜ਼ਰੂਰਤ ਹੈ। ਨਾਮ ਜਪਣ ਦੇ ਲਈ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਭਗਤ ਆਖਿਆ ਵੀ ਰੱਬ ਕਰਤਾ ਪੁਰਖ ਵਾਹਿਗੁਰੂ ਨਿਰੰਕਾਰ ਦੇ ਨਾਮ ਨੂੰ ਰਿੜਕਣਾ ਹੈ, ਮਥਣਾ ਹੈ, ਤੇ ਧਿਆਨ ਕੀ ਰੱਖਣਾ ਹੈ ਵੀ ਜੋ ਤਤ ਨਿਕਲਣਾ ਹੈ ਕਿਤੇ ਉਸ ਤਤ ਤੋਂ ਵਾਂਝੇ ਹੀ ਨਾ ਰਹਿ ਜਾਈਏ, ਵੀ ਮਿਹਨਤ ਵੀ ਕਰੀਏ, ਮੁਸ਼ੱਕਤ ਵੀ ਕਰੀਏ ਤੇ ਪ੍ਰਾਪਤ ਕੁਝ ਵੀ ਨਾ ਹੋਵੇ। ਇਸ ਗੱਲ ਵੱਲ ਖਿਆਲ ਦਿਵਾਇਆ। ਤੇ ਸੰਸਾਰੀ ਉਦਾਹਰਣ ਆਪ ਜੀ ਨੂੰ ਇੱਕ ਦੇਵਾਂ। ਅੱਜ ਚਲੋ ਸਮਾਂ ਐਡਵਾਂਸ ਹੈ, ਸਾਰਾ ਕੁਝ ਜਿਹੜਾ ਸੀ ਟੈਕਨੋਲੋਜੀ ਨੇ ਘਰਾਂ ਦੇ ਅੰਦਰ ਬਹੁਤ ਕੁਝ ਜਿਹੜਾ ਸੀ ਨਾ ਉਹ ਖਤਮ ਕਰ ਦਿੱਤਾ। ਪੁਰਾਣੇ ਸਮੇਂ ਦੇ ਵਿੱਚ ਸੁਆਣੀਆਂ ਜਦੋਂ ਘਰ ਵਿੱਚ ਦੁੱਧ ਰਿੜਕਦੀਆਂ ਸਨ, ਚਾਟੀ ਦੇ ਵਿੱਚ ਜਾਗ ਲੱਗੀ ਹੋਈ ਨੂੰ ਪਾਇਆ ਜਾਣਾ ਤੇ ਫਿਰ ਮਧਾਣੀ ਦੇ ਦੁਆਰਾ ਹੱਥਾਂ ਦੇ ਨਾਲ ਉਸ ਰਿੜਕਣੇ ਨੂੰ ਰਿੜਕਿਆ ਜਾਂਦਾ ਸੀ। ਤੇ ਰਿੜਕਣ ਵਾਲੀ ਸੁਆਣੀ ਬੀਬੀ ਇਸ ਗੱਲ ਦਾ ਧਿਆਨ ਜ਼ਰੂਰ ਰੱਖਦੀ ਸੀ ਵੀ ਮੇਰੇ ਰਿੜਕਣ ਦੀ ਚਾਲ ਕੀ ਹੋਣੀ ਚਾਹੀਦੀ ਹੈ, ਕਿਉਂਕਿ ਹੌਲੀ ਰਿੜਕਿਆ ਤੇ ਉਹਨੇ ਵੀ ਕੋਈ ਲਾਭ ਨਹੀਂ ਦੇਣਾ, ਤੇ ਜੇ ਜ਼ੋਰ ਦੇ ਕੇ ਰਿੜਕ ਦਿੱਤਾ ਤੇ ਜਿਸ ਨੂੰ ਪ੍ਰਾਪਤ ਕਰਨਾ ਹੈ, ਜਿਹੜੇ ਮੱਖਣ ਦੀ ਪ੍ਰਾਪਤੀ ਲਈ ਇਹ ਮੁਸ਼ੱਕਤ ਹੋ ਰਹੀ, ਉਹ ਅਸਲ ਤੱਤ ਤੇ ਉਹ ਹੈ ਤੇ ਪ੍ਰਾਪਤ ਉਹ ਵੀ ਨਹੀਂ ਹੋਣਾ। ਸਾਹਿਬ ਆਖਦੇ ਇਸੇ ਤਰ੍ਹਾਂ ਨਾਮ ਤੁਹਾਡੇ ਅੰਦਰ ਹੈ, ਸਤਿਗੁਰੂ ਦੇ ਸ਼ਬਦ ਦਾ ਆਸਰਾ ਬਣਾ ਕੇ ਮਨ ਦੇ ਅੰਦਰ ਰਿੜਕਣਾ ਪਾਈਏ, ਪਰ ਇਸ ਗੱਲ ਦਾ ਖਿਆਲ ਰੱਖੀਏ ਵੀ ਕਾਹਲ ਕੋਈ ਨਹੀਂ ਹੈ। ਸਹਿਜ ਦੇ ਵਿੱਚ, ਪਿਆਰ ਦੇ ਵਿੱਚ, ਭਾਵਨਾ ਦੇ ਸਹਿਤ ਆ ਕੇ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਮਿਲਾਪ ਨੂੰ ਮਾਣੀਏ, ਕਿਉਂਕਿ ਤਤ ਤੋਂ ਲਾਂਭੇ ਨਹੀਂ ਹੋਣਾ। ਬਾਣੀ ਪੜ੍ਹਨੀ, ਬਾਣੀ ਦੀ ਵਿਚਾਰ ਨੂੰ ਸੁਣਨਾ, ਕੀਰਤਨ ਸੁਣਨਾ, ਸੇਵਾ ਕਰਨੀ, ਗੁਰਦੁਆਰੇ ਹਾਜ਼ਰੀ ਭਰਨੀ, ਇਹ ਸਾਰਾ ਕੁਝ ਤਤ ਦੀ ਪ੍ਰਾਪਤੀ ਭਾਵ ਪਰਮੇਸ਼ਰ ਦੀ ਪ੍ਰਾਪਤੀ ਦੀ ਖਾਤਰ ਹੈ। ਤੇ ਜੇ ਹੋਰ ਕਰਮ ਕਰੀ ਗਏ, ਮਨ ਕਿਤੇ ਹੋਰ ਟਿਕਾ ਲਿਆ, ਹਾਜ਼ਰੀਆਂ ਵੀ ਭਰੀ ਗਏ, ਬਾਣੀ ਵੀ ਪੜ੍ਹ ਰਹੇ ਹਾਂ, ਪਰ ਤਤ ਫੇਰ ਵੀ ਨਾ ਮਿਲੇ, ਉਹਦਾ ਕਾਰਨ ਸਾਨੂੰ ਆਪਣੀ ਜ਼ਿੰਦਗੀ, ਆਪਣੇ ਜੀਵਨ ਵਿੱਚੋਂ, ਆਪਣੇ ਢੰਗ ਵਿੱਚੋਂ ਲੱਭਣਾ ਪਏਗਾ ਵੀ ਖੁਨਾਮੀ ਕੋਈ ਸਾਡੇ ਕੋਲੋਂ ਹੋਵੇਗੀ। ਪ੍ਰਭੂ ਤਾਂ ਬਖਸ਼ਿੰਦ ਹੈ, ਗੁਰੂ ਦਾ ਤਾਂ ਸੁਭਾਅ ਹੀ ਇਹ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ,
ਆਗੇ ਹੋਏ ਲੇਤ ਹੈ। ਗੁਰੂ ਤਾਂ ਕਰੋੜਾਂ ਕਦਮ ਤੇਰੇ ਲਈ ਅੱਗੇ ਹੈ, ਤੂੰ ਇੱਕ ਕਦਮ ਹੀ ਤੁਰ, ਪਰ ਤੇਰਾ ਇੱਕ ਕਦਮ ਵੀ ਸਹਿਜ ਟਿਕਾ, ਤੇ ਭਾਵਨਾ ਦੇ ਸਹਿਤ ਹੋਵੇ ਤਾਂ ਤੂੰ ਕੁਝ ਇਥੋਂ ਪ੍ਰਾਪਤ ਕਰ ਸਕਦਾ ਹੈ। ਦਿਨ ਰੈਨ ਠਾਢੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ। ਸਾਹਿਬ ਆਖਣ ਲੱਗੇ ਜਿਨ੍ਹਾਂ ਨੂੰ ਉਹ ਹਰੀ ਕਰਤਾ ਪੁਰਖ ਵਾਹਿਗੁਰੂ ਪ੍ਰਾਪਤ ਹੋਇਆ ਹੈ, ਐਸੀਆਂ ਉਹਨਾਂ ਸਖੀਆਂ ਦੀ ਜੇ ਸੇਵਾ ਵੀ ਕਰਨੀ ਪੈ ਜਾਏ, ਦਿਨ ਰਾਤ ਖੜੇ ਹੋ ਕੇ ਉਹਨਾਂ ਦੀ ਵੀ ਚਾਕਰੀ ਕਰਨੀ ਪਏ ਨਾ, ਜਿਨ੍ਹਾਂ ਨੂੰ ਪ੍ਰਭੂ ਦਾ ਮਿਲਾਪ ਹਾਸਲ ਹੈ, ਤੇ ਉਹ ਇਸ ਗੱਲ ਦਾ ਨਿਰਣਾ ਦੇ ਦੇਣ ਕਿ ਕਿਹੜੀ ਜੁਗਤ ਦੇ ਦੁਆਰਾ, ਕਿਹੜੇ ਢੰਗ, ਕਿਹੜੇ ਤਰੀਕੇ ਦੇ ਦੁਆਰਾ ਪ੍ਰਭੂ ਦਾ ਮਿਲਾਪ ਹੋਇਆ ਹੈ। ਤੇ ਸਾਹਿਬ ਕਹਿੰਦੇ ਭਾਵੇਂ ਉਹ ਸੇਵਾ ਬਿਖਮ ਵੀ ਕਿਉਂ ਨਾ ਹੋਵੇ, ਉਹ ਸੇਵਾ ਕਰ ਲੈਣੀ ਚਾਹੀਦੀ ਹੈ। ਕਿਉਂਕਿ ਰੱਬੀ ਰਸਤੇ ਤੇ ਤੁਰਨਾ ਜਾਂ ਕਿਸੇ ਰੱਬ ਦੇ ਪਿਆਰੇ ਦੀ ਅਧੀਨਗੀ ਵਿੱਚ ਰਹਿ ਕੇ ਆਪਣੇ ਮਨ ਦੀ ਹੰਗਤਾ ਨੂੰ ਪਾਸੇ ਛੱਡ ਕੇ ਤੁਰਨਾ, ਕੇਵਲ ਪ੍ਰਭੂ ਦੀ ਯਾਦ ਨੂੰ ਮਨ ਵਿੱਚ ਵਿਸਾ ਕੇ ਰੱਖਣਾ, ਇਹਦੇ ਬਾਰੇ ਸਾਹਿਬਾਂ ਬਚਨ ਆਖਿਆ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ। ਪਰ ਅੱਗੇ ਨਾਲ ਧਰਵਾਸ ਦਿੱਤੀ, ਇਹ ਕਰੜੀ ਚਾਕਰੀ ਨੂੰ ਨਿਭਾਉਣ ਤੋਂ ਬਾਅਦ ਪ੍ਰਾਪਤ ਕੀ ਹੁੰਦਾ? ਸੁਖ ਸਾਰ। ਇਹ ਸदैव ਆਨੰਦ ਦੇਣ ਵਾਲੀ ਇਹ ਉਹ ਮੰਗਲ ਹਿਰਦੇ ਵਿੱਚ ਵਜਾਵੇਗੀ ਜਿਨ੍ਹਾਂ ਮੰਗਲਾਂ ਦਾ ਕਦੀ ਵੀ ਅੰਤ ਹੀ ਨਹੀਂ ਹੋਵੇਗਾ। ਤਾਂ ਸਾਹਿਬ ਆਖਿਆ ਉਸ ਜੁਗਤੀ ਦੀ ਪ੍ਰਾਪਤੀ ਵਾਸਤੇ ਦਿਨ ਰਾਤ ਸੇਵਾ ਜਿਹੜੀ ਹੈ ਉਹ ਕਰ ਲੈਣੀ ਚਾਹੀਦੀ ਹੈ, ਜਿਨ੍ਹਾਂ ਨੂੰ ਪ੍ਰਭੂ ਦਾ ਮਿਲਾਪ ਹਾਸਲ ਹੋਇਆ ਹੈ। ਬਿਨਵੰਤ ਨਾਨਕ ਕਰਹੁ ਕਿਰਪਾ, ਲੈਹੋ ਮੋਹਿ ਲੜ ਲਾਇਆ। ਸਤਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ, ਹੇ ਗਰੀਬ ਨਿਵਾਜ ਕਿਰਪਾ ਕਰੋ, ਸਾਨੂੰ ਕਲਯੁਗੀ ਭੁੱਲੇ ਭਟਕੇ ਹੋਏ ਜੀਵਾਂ ਨੂੰ ਆਪਣੇ ਲੜ ਆਪਣੇ ਪੱਲੇ ਨਾਲ ਲਾ ਲੇਵੋ, ਕਿਉਂਕਿ ਤੁਹਾਡੇ ਨਾਲ ਜੁੜਿਆ ਹੋਇਆ ਹੀ ਜੀਵ ਦਾ ਭਲਾ ਹੋ ਸਕਦਾ ਹੈ। ਤੁਹਾਡੇ ਨਾਲ ਜੁੜਨ ਤੋਂ ਬਿਨਾਂ, ਗੁਰੂ ਦੇ ਮਿਲਾਪ ਤੋਂ ਬਿਨਾਂ ਸੰਸਾਰ ਦੇ ਇਸ ਭਵ ਸਾਗਰ ਨੂੰ ਤਰਨਾ ਜੀਵ ਦੇ ਵਾਸਤੇ ਕਦਾਚਿਤ ਵੀ ਸੰਭਵ ਨਹੀਂ। ਇਸ ਵਾਸਤੇ ਇਹ ਬੇਨਤੀ ਕਰੀਏ, ਗਰੀਬ ਨਿਵਾਜ ਕਿਰਪਾ ਕਰੋ, ਆਪਣੇ ਪੱਲੇ ਨਾਲ ਜੋੜ ਕੇ ਰੱਖੋ, ਆਪਣੇ ਲੜ ਦੇ ਨਾਲ ਲਾ ਕਰਕੇ ਸਾਨੂੰ ਆਪਣੇ ਬਣਾ ਕੇ ਰੱਖਣਾ ਕਰੋ। ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਿਵੇਂ ਸੰਸਾਰੀ ਤੌਰ ਦੇ ਉੱਤੇ ਰਤਨਾਂ ਦੀ ਕੀਮਤ ਬੜੀ ਵੱਡੀ ਹੈ, ਰਤਨਾਂ ਨੂੰ ਬੜੇ ਮਹਿੰਗੇ ਜਾਣਿਆ ਜਾਂਦਾ, ਉਹਨਾਂ ਦੀ ਸੰਭਾਲ ਬੜੀ ਕੀਤੀ ਜਾਂਦੀ ਹੈ। ਸਾਹਿਬ ਆਖਣ ਲੱਗੇ ਇਸੇ ਤਰ੍ਹਾਂ ਪ੍ਰਭੂ ਨਾਮ ਰੂਪੀ ਰਤਨ, ਜਦੋਂ ਇਸ ਨਾਮ ਰੂਪੀ ਰਤਨ ਨੂੰ ਵਿਆਜ ਲਈਏ, ਜਦੋਂ ਇਹ ਰਤਨ ਸਾਡੇ ਹਿਰਦੇ ਦਾ ਸ਼ਿੰਗਾਰ ਬਣ ਜਾਵੇ, ਸਾਹਿਬ ਕਹਿੰਦੇ ਫਿਰ ਆਨੰਦ ਹੈ, ਫਿਰ ਚਾਉ ਹੈ, ਉਮਾ ਹੈ, ਉਹ ਖੁਸ਼ੀ ਹੈ ਜਿਹੜੀ ਤਮਾਮ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਸदैव ਸਾਡੇ ਅੰਗ ਸੰਗ ਚੱਲੇਗੀ। ਪਰ ਸਾਹਿਬ ਕਹਿੰਦੇ ਇਹਦੇ ਵਾਸਤੇ ਰਤਨ ਨਾਮ ਨੂੰ ਵਿਆਜਣਾ ਤਾਂ ਪਵੇਗਾ ਨਾ, ਯਤਨ ਤਾਂ ਕਰਨਾ ਪਵੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਆਖਿਆ ਕਿ ਵਪਾਰ ਤਾਂ ਸਾਰੇ ਕਰਦੇ ਨੇ, ਸੰਸਾਰੀ ਬੰਦਾ ਵਪਾਰ ਕਰਦਾ ਹੈ ਕਿ ਉਹ ਚਾਰ ਛਿਲੜਾਂ ਕਮਾ ਕੇ ਆਪਣੇ ਖੀਸੇ ਦੇ ਵਿੱਚ ਪਾਵੇਗਾ ਤੇ ਉਹਦੇ ਕਮਾਏ ਹੋਏ ਧਨ ਤੋਂ ਉਹਦੀ ਜੀਵਨ ਸ਼ੈਲੀ ਜਿਹੜੀ ਉਹ ਸੁਖਾਲੀ ਹੋ ਜਾਵੇਗੀ। ਵਪਾਰ ਉਹਨ ਵੀ ਕੀਤਾ ਤੇ ਵਪਾਰ ਰੱਬ ਦੇ ਪਿਆਰਿਆਂ ਨੇ ਵੀ ਕੀਤਾ, ਪਰ ਦੋਹਾਂ ਦੇ ਵਪਾਰ ਕਰਨ ਵਿੱਚ ਫਰਕ ਹੈ। ਵਿਆਜਣਾ ਕੀ ਹੈ? ਉਹ ਰੱਬ ਦੇ ਪਿਆਰਿਆਂ ਨੂੰ ਸੰਸਾਰੀਆਂ ਨਾਲੋਂ ਵੱਧ ਇਸ ਗੱਲ ਦਾ ਪਤਾ ਹੈ, ਕਿਉਂਕਿ ਉਹ ਜੁੜੇ ਉੱਥੇ ਨੇ ਜਿੱਥੋਂ ਦੀ ਸਾਰ ਜਾਣਦੇ ਨੇ ਵੀ ਇਹ ਅਮੁੱਲਕ ਨਾਮ ਸਭ ਤੋਂ ਸ੍ਰੇਸ਼ਟ। ਬਾਬਾ ਜੀ ਨੇ ਬਚਨ ਆਖਿਆ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਰੱਬ ਦੇ ਪਿਆਰੇ ਨਾਮ ਵਿਆਜਦੇ ਨੇ। ਸੰਸਾਰੀ ਲੋਕ ਪਦਾਰਥਾਂ ਵਿੱਚ ਪੈ ਕਰਕੇ ਉਹ ਪਦਾਰਥਾਂ ਦਾ ਜਮਾਵੜਾ ਤਾਂ ਇਕੱਠਾ ਕਰ ਲੈਂਦੇ ਨੇ, ਪਰ ਉਹਨਾਂ ਪਦਾਰਥਾਂ ਦੀ ਰੱਬੀ ਦਰਗਾਹ ਦੇ ਅੰਦਰ ਉਹ ਇੱਜ਼ਤ ਪੈਜ ਨਹੀਂ ਹੈ ਜਿਹੜੀ ਨਾਮ ਦੀ ਹੈ। ਇਸ ਵਾਸਤੇ ਸਾਹਿਬ ਆਖਿਆ, ਕਿਉਂਕਿ ਆਪਾਂ ਵੇਖੀਏ ਜਿਹੜੀ ਪਦਾਰਥਾਂ ਦੇ ਇਕੱਠੇ ਕਰਨ ਦੀ ਦੌੜ ਹੈ ਨਾ, ਉਹ ਬੰਦੇ ਦੀ ਕਦੇ ਖਤਮ ਨਹੀਂ ਹੁੰਦੀ। ਜੇ ਬੰਦੇ ਦੇ ਕੋਲ 1000 ਹੈ, ਉਹ 10,000 ਨੂੰ ਕਮਾਉਣ ਵੱਲ ਤੁਰੇਗਾ। ਜੇ 10,000 ਦਾ ਮਾਲਕ ਹੈ, ਉਹ ਲੱਖਾਂ ਵੱਲ ਤੁਰੇਗਾ। ਲੱਖਾਂ ਵਾਲਾ ਕਰੋੜਾਂ ਵਾਲੇ ਪਾਸੇ ਨੂੰ ਤੁਰਿਆ ਫਿਰਦਾ ਹੈ। ਭਟਕਣਾ ਹੀ ਹੈ ਜਿੰਨੀ ਵਧਾਇਆ ਲਓਗੇ। ਇੱਧਰ ਨਾਮ ਹੈ,
ਨਾਮ ਨੂੰ ਵਿਆਜਣ ਦੇ ਸਦਕੇ ਜੀਵਨ ਵਿੱਚ ਜੋ ਤਬਦੀਲੀ ਆਉਂਦੀ ਹੈ ਉਹਨੂੰ ਸਾਹਿਬ ਦੀ ਬਾਣੀ ਨੇ ਇਉਂ ਕਿਹਾ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਤ੍ਰਿਪਤੀ ਹੋ ਜਾਂਦੀ, ਸੰਤੁਸ਼ਟੀ ਆ ਜਾਂਦੀ, ਟਿਕਾ ਆ ਜਾਂਦਾ ਹੈ। ਸਾਹਿਬ ਇਸ ਵਾਸਤੇ ਆਖਦੇ ਨੇ ਇਹ ਆਨੰਦ ਦੀ ਪ੍ਰਾਪਤੀ ਨਾਮ ਨੂੰ ਵਿਆਜ ਕੇ ਹੀ ਜੀਵ ਨੂੰ ਪ੍ਰਾਪਤ ਹੋਵੇਗੀ। ਖੋਜੀ ਖੋਜ ਲੱਦਾ ਹਰ ਸੰਤਨ ਪਹਾਰਾਮ। ਹੁਣ ਇਸ ਨਾਮ ਨੂੰ ਖੋਜਣਾ, ਇਸ ਨਾਮ ਨੂੰ ਢੂੰਡਣ ਵਾਲੇ ਕੌਣ ਨੇ? ਉਹ ਚੰਦ ਨੇ ਰੱਬ ਦੇ ਪਿਆਰੇ। ਸੰਸਾਰੀ ਤੌਰ ਦੇ ਉੱਤੇ ਨਾ ਆਪਾਂ ਸਮੁੰਦਰਾਂ ਵੱਲ ਝਾਤ ਮਾਰੀਏ, ਸਮੁੰਦਰ ਦੇ ਕੋਲ ਲੋਕ ਸੈਰ ਕਰਨ ਵਾਸਤੇ ਵੀ ਜਾਂਦੇ ਨੇ, ਉਹ ਕਿਨਾਰਿਆਂ ਤੇ ਤੁਰਦੇ ਨੇ। ਜਿਹੜਾ ਕਿਨਾਰਾ ਹੈ ਜਿੱਥੇ ਪਾਣੀ ਦੀਆਂ ਲਹਿਰਾਂ ਨੇ ਆ ਕੇ ਛੋਹਣਾ ਹੈ, ਉਹ ਉੱਥੇ ਤੁਰ ਰਹੇ ਨੇ। ਉਹਨਾਂ ਨੂੰ ਕੀ ਪ੍ਰਾਪਤ ਹੋਵੇਗਾ? ਕੇਵਲ ਘੋਗੇ ਤੇ ਛਿੱਪੀਆਂ, ਜਿਹੜੀਆਂ ਬਹੁਤ ਮਾਮੂਲੀ ਕੀਮਤ ਦੀਆਂ ਨੇ। ਕੁਝ ਉਹ ਜਿਹੜੇ ਮਛਵਾਰੇ ਬਣ ਕੇ ਸਮੁੰਦਰ ਦੇ ਪਾਣੀ ਦੇ ਉੱਤੇ ਬੇੜੀ ਦਾ ਆਸਰਾ ਲੈ ਕੇ ਚੜ੍ਹੇ, ਤੇ ਉਹਨਾਂ ਨੇ ਵੀ ਸਿਰਫ ਹੱਦ ਮੱਛੀਆਂ ਤੱਕ ਉਹਨਾਂ ਨੂੰ ਪ੍ਰਾਪਤ ਹੋ ਗਈਆਂ, ਉਹ ਵੀ ਕੋਈ ਬਹੁਤੀ ਵੱਡੀ ਕੀਮਤ ਨਹੀਂ। ਤੀਸਰੇ ਉਹ ਨੇ ਜਿਹੜੇ ਸਮੁੰਦਰ ਦੇ ਵਿੱਚ ਜਾਂਦੇ ਤਾਂ ਜ਼ਰੂਰ ਨੇ, ਪਰ ਉਤਲੀ ਸਤ੍ਹਾ ਤੇ ਨਹੀਂ ਰਹਿੰਦੇ। ਉਹ ਛਲਾਂਗ ਲਗਾ ਕੇ ਸਮੁੰਦਰ ਦੀ ਹੇਠਲੀ ਸਤ੍ਹਾ ਵੱਲ ਨੂੰ ਤੁਰਦੇ ਨੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਜੋ ਹੇਠਾਂ ਤੋਂ ਪ੍ਰਾਪਤ ਹੋਵੇਗਾ ਉਹਦੀ ਕੀਮਤ ਬਹੁਤ ਜ਼ਿਆਦਾ ਹੋਵੇਗੀ, ਉਹ ਮੋਤੀ ਬੇਸ਼ਕੀਮਤੀ ਹੋਣਗੇ। ਸਾਹਿਬ ਆਖਿਆ ਜਿਹੜੇ ਰੱਬ ਦੇ ਪਿਆਰੇ ਸੰਸਾਰ ਵਿੱਚ ਆਉਂਦੇ ਨੇ, ਉਹਨਾਂ ਕੋਲ ਜਾਮਾ ਸਰੀਰ ਸਾਡੇ ਜਿਹਾ ਹੀ ਹੈ, ਪਰ ਉਹਨਾਂ ਦੇ ਕੋਲ ਸਾਡੇ ਤੋਂ ਵੱਖਰੀ ਉਚੇਰੀ ਇੱਕ ਵਿਵੇਕ ਮਤ ਹੈ, ਇੱਕ ਅਕਲ ਲਿਆਕਤ ਸਿਆਣਪ ਉਹ ਹੈ ਜਿਹਦੇ ਸਦਕਾ ਉਹ ਹਰੀ ਨਾਮ ਦੀ ਖੋਜ ਕਰਦੇ ਨੇ। ਉਹ ਰੱਬ ਨੂੰ ਢੂੰਡਣ ਖੋਜਣ ਵਾਸਤੇ ਜਦੋਂ ਤੁਰਦੇ ਹਨ, ਉਹ ਆਪ ਤੁਰੇ। ਤੇ ਫਿਰ ਮਹਾਰਾਜ ਜੀ ਨੇ ਆਖਿਆ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਨਾ, ਉਹਨਾਂ ਦੀ ਸੰਗਤ ਹਰ ਸੰਤਨ ਪਾਹਾ ਰਾਮ। ਜੇ ਸਤਿਗੁਰੂ ਦੀ ਗੱਲ ਕਰੀਏ, ਗੁਰਦੇਵ ਦੇ ਕੋਲ ਸ਼ਬਦਾਂ ਦੇ ਵਿੱਚ ਇੰਨੀ ਬਰਕਤ ਹੈ ਕਿ ਤੁਹਾਨੂੰ ਰੱਬ ਜੀ ਦੇ ਘਰ ਤੱਕ ਗੁਰਦੇਵ ਦਾ ਸ਼ਬਦ ਤੁਹਾਡੀ ਆਤਮਾ ਦਾ ਸੰਬੰਧ ਬਣਾ ਸਕਦਾ ਹੈ। ਸਾਹਿਬ ਆਖਿਆ ਉਹਨਾਂ ਦੇ ਕੋਲੋਂ ਜਿਨ੍ਹਾਂ ਆਪ ਖੋਜਿਆ ਹੈ, ਤੁਹਾਨੂੰ ਵੀ ਉਹ ਨਾਮ ਜੋ ਅਮੋਲਕ ਹੈ ਉਹਦੀ ਪ੍ਰਾਪਤੀ ਹੋ ਜਾਵੇਗੀ। ਮਿਲੇ ਸੰਤ ਪਿਆਰੇ ਦਇਆ ਧਾਰੇ, ਕਥੇ ਅਕਥ ਵਿਚਾਰੋ। ਹੁਣ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ, ਸਤਿਗੁਰੂ ਜੀ ਦੀ ਸੰਗਤ ਕਰਨੀ, ਇਸ ਸੰਗਤ ਦੇ ਵਿੱਚ ਬਹਿ ਕਰਕੇ ਕਰਨਾ ਕੀ ਹੈ? ਕਥੇ ਅਕਥ ਵਿਚਾਰੋ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇਸ ਰਸਨਾ ਦੇ ਨਾਲ ਜਿਹਦੀ ਸੰਪੂਰਨ ਮਹਿਮਾ ਵਡਿਆਈ ਤੇ ਨਹੀਂ ਕੀਤੀ ਜਾ ਸਕਦੀ, ਉਹ ਨਿਰੰਕਾਰ ਜਿਹੜਾ ਆਪਣੀ ਬੰਦੇ ਦੀ, ਇਨਸਾਨ ਦੀ ਮੱਤ ਨਾਲ ਸਾਰਾ ਹੀ ਸਲਾਹਿਆ ਵਡਿਆਇਆ ਨਹੀਂ ਜਾ ਸਕਦਾ, ਉਹਦੇ ਲਈ ਸ਼ਬਦ ਮਹਾਰਾਜ ਜੀ ਨੇ ਕਿਹਾ ਅਕਥ, ਜਿਹੜਾ ਕਹਿਣ ਕਥਨ ਤੋਂ ਬਾਹਰ ਹੈ। ਪਰ ਜਦੋਂ ਸਤ ਸੰਗਤ ਵਿੱਚ ਬਹਿਣਾ ਹੈ ਤੇ ਫਿਰ ਉਹਦੀ ਹੀ ਵਿਚਾਰ ਕਰਨੀ, ਹੋਰ ਕੋਈ ਦੂਜਾ ਫੁਰਨਾ ਜਾਂ ਹੋਰ ਕੋਈ ਦੂਜੀ ਵਿਚਾਰ ਉਹ ਸਾਡੇ ਜੀਵਨ ਦੇ ਵਿੱਚ ਉਸ ਸਮੇਂ ਨਹੀਂ ਆਉਣੀ ਚਾਹੀਦੀ ਹੈ। ਇਕ ਚਿਤ ਇਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੂ। ਸਾਹਿਬ ਨੇ ਫਿਰ ਕਿਰਪਾ ਕਰਕੇ ਇੱਕ ਵਾਰ ਸਾਨੂੰ ਸਮਝਾ ਦਿੱਤਾ, ਭਾਈ ਪ੍ਰਭੂ ਨੂੰ ਧਿਆਉਣ ਦਾ ਤਰੀਕਾ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ। ਜਿਵੇਂ ਆਪਾਂ ਸੁਖਮਨੀ ਸਾਹਿਬ ਵਿੱਚ ਇਹ ਬਚਨ ਪੜ੍ਹਦੇ ਹਾਂ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਇੱਥੇ ਆ ਕੇ ਗੁਰੂ ਘਰ ਵਿੱਚ ਆ ਕੇ ਜੇ ਤੁਹਾਡੇ ਕੋਲ ਇਕਾਗਰਤਾ ਨਹੀਂ ਹੈ ਤੇ ਯਾਦ ਰੱਖਿਓ ਜੋ ਇੱਥੋਂ ਸੁਣਿਆ, ਜੋ ਇੱਥੇ ਕੀਤਾ, ਜੋ ਕਰਮ ਨਿਭਾਇਆ, ਇਕਾਗਰਤਾ ਤੋਂ ਬਿਨਾਂ ਹੋਏ ਕੀਤੇ ਹੋਏ ਉਹ ਕਰਮ ਬਹੁਤਾ ਚਿਰ ਤੁਹਾਡਾ ਸਾਥ ਨਹੀਂ ਦਿੰਦੇ। ਆਪਾਂ ਆਮ ਹੀ ਕਹਿ ਦਿੰਦੇ ਨੇ, ਸਾਡੀ ਸ਼ਿਕਾਇਤ ਹੁੰਦੀ ਹੈ ਬਾਣੀ ਪੜ੍ਹਨ ਤਾਂ ਬੈਠੀਦਾ ਪਰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜਪਜੀ ਸਾਹਿਬ ਸ਼ੁਰੂ ਹੋਇਆ, ਅੱਧ ਵਿੱਚ ਗਏ ਤੇ ਭੋਗ ਵੀ ਪਾ ਲਿਆ, ਪਤਾ ਹੀ ਨਹੀਂ ਲੱਗਾ ਪੰਜ ਬਾਣੀਆਂ ਕਦੋਂ ਪੜ੍ਹ ਲਈਆਂ। ਉਹਦਾ ਕਾਰਨ ਕੀ ਹੈ? ਵੀ ਅਸੀਂ ਮਨ ਨੂੰ ਇਕਾਗਰ ਕਰਨਾ ਨਹੀਂ ਜਿਹੜਾ ਹੈ ਉਹ ਜ਼ਰੂਰੀ ਸਮਝਦੇ। ਅਸੀਂ ਮਨ ਦੇ ਨਾਲ ਉਹ ਅਭਿਆਸ ਨਹੀਂ ਕਰਦੇ ਜਿਹਦੇ ਸਦਕਾ ਬਾਣੀ ਪੜ੍ਹਨ ਦੇ ਵਿੱਚੋਂ ਤੁਕ ਤੁਕ, ਪੰਕਤੀ ਪੰਕਤੀ, ਅੱਖਰ ਅੱਖਰ ਵਿੱਚੋਂ ਰਸ ਆਵੇ। ਪਰ ਸਾਹਿਬ ਆਖਿਆ, ਭਾਈ ਪ੍ਰਭੂ ਨਾਲ ਪ੍ਰੀਤ ਇੱਕ ਮਨ ਇੱਕ ਚਿੱਤ ਹੋ ਕਰਕੇ ਲਾਵੋਗੇ ਤਾਂ ਜੀਵਨ ਦਾ ਅਤਿਅੰਤ ਭਲਾ ਹੋਵੇਗਾ। ਪ੍ਰੀਤ ਦੇ ਸਦਕਾ ਹੀ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਹੈ। ਕਰ ਜੋੜ ਪ੍ਰਭ ਪਹਿ ਕਰ ਬੇਨੰਤੀ, ਮਿਲੈ ਹਰ ਜਸ ਲਾਹਾ। ਬਹੁਤੇ
ਯਤਨਾਂ ਦੇ ਨਾਲੋਂ ਇੱਕ ਸਭ ਤੋਂ ਕਾਰਗਰ ਢੁਕਵਾਂ ਤਰੀਕਾ ਮਹਾਰਾਜ ਸਾਹਿਬ ਜੀ ਨੇ ਦੱਸਿਆ। ਸਾਹਿਬ ਆਖਿਆ ਹੱਥ ਜੋੜ ਕੇ ਨਾ, ਦੋਵੇਂ ਹੱਥ ਜੋੜ ਕੇ ਗੁਰੂ ਅੱਗੇ ਅਰਦਾਸ ਕਰ। ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰ, ਹੇ ਨਿਰੰਕਾਰ, ਅਸੀਂ ਸੰਸਾਰੀ ਜੀਵ ਹਾਂ, ਮਨ ਦੇ ਅੰਦਰ ਚਾਹੋ ਤਾਂ ਹੈ, ਪਰ ਪਤਾ ਹੈ ਵੀ ਜੇ ਤੁਹਾਡਾ ਨਾਮ ਵਿਆਜ ਲਈਏ ਤੇ ਉਹ ਲਾਭ ਲਾਹਾ ਪ੍ਰਾਪਤ ਹੋਵੇਗਾ, ਜਿਹਦੇ ਤੁਲ ਦੁਨਿਆਵੀ ਲਾਭ ਤਾਂ ਛਿਣ ਮਾਤਰ ਵੀ ਕੋਈ ਹੈਸੀਅਤ ਨਹੀਂ ਰੱਖਦਾ। ਪਰ ਸਾਹਿਬ ਕਹਿੰਦੇ ਨੇ ਆਪ ਨਿਮਰ ਹੋ ਕੇ ਦੋਏ ਹੱਥ ਜੋੜ ਕੇ, ਜਿੱਦਾਂ ਆਪਾਂ ਬਚਨ ਪੜ੍ਹਦੇ ਹਾਂ, ਸਾਹਿਬ ਆਖਿਆ ਨਾ, ਜਿਸ ਠਾਕੁਰ ਕੋ ਨਾਹੀ ਚਾਰਾ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਜਿੱਥੇ ਸਾਡਾ ਕੋਈ ਜ਼ੋਰ ਨਹੀਂ, ਉੱਥੇ ਕਰਤਾ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਅਰਦਾਸ ਬੇਨਤੀ ਪੈ ਭਾਵਨੀ ਵਿੱਚ ਜੁੜੇ ਹੋਏ ਹੱਥ, ਉਹ ਸਾਡੇ ਜੀਵਨ ਦਾ ਭਲਾ ਕਰ ਦੇਵਣਗੇ, ਸਾਨੂੰ ਲਾਭ ਲਾਹਾ ਪ੍ਰਾਪਤ ਹੋ ਜਾਵੇਗਾ। ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਆਗਮ ਅਥਾਹ। ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਮੈਂ ਬੇਨਤੀ ਕਰਦਾ, ਸਾਹਿਬ ਆਖਣ ਲੱਗੇ ਮੈਂ ਅਰਦਾਸ ਕਰਦਾ, ਕਿਉਂਕਿ ਮੈਂ ਜਾਣਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਬਹੁਤ ਵੱਡੀ ਹਸਤੀ ਹੈਸੀਅਤ ਦੇ ਮਾਲਕ ਹੋ। ਤੁਹਾਡੀ ਹਸਤੀ ਏਡੀ ਵੱਡੀ ਹੈ ਕਿ ਤੁਹਾਡੀ ਹਸਤੀ ਦਾ ਅੰਤ ਪਾਉਣਾ ਸਾਡੇ ਵੱਸ ਦੀ ਬਾਤ ਨਹੀਂ। ਤੁਹਾਡੇ ਬਾਰੇ ਕੋਈ ਗਿਣਤੀ ਮਿਣਤੀ ਕਰ ਲੈਣਾ, ਇਹ ਸਾਡੇ ਵੱਸ ਦੀ ਬਾਤ ਨਹੀਂ ਹੈ। ਸਾਹਿਬ ਕਹਿੰਦੇ ਅਸੀਂ ਤਾਂ ਤੁਹਾਡੇ ਦਾਸ ਬਣ ਕੇ ਤੁਹਾਡੇ ਮਿਲਾਪ ਦੀ ਖਾਤਰ ਹੱਥ ਜੋੜ ਕੇ ਅਰਦਾਸ ਬੇਨਤੀ ਹੀ ਕਰ ਸਕਦੇ ਹਾਂ। ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ। ਹੁਣ ਪਹਿਲੇ ਦੋ ਪਦੇ ਇੱਕ ਵਿਚਾਰ ਸਤਿਗੁਰਾਂ ਇਹ ਦਿੱਤੀ ਵੀ ਕਿਸੇ ਜੁੜੇ ਹੋਏ ਦਾ ਮਿਲਾਪ ਹਾਸਲ ਹੋ ਜਾਵੇ, ਗੁਰੂ ਦੇ ਘਰ ਦਾ ਜਿਹੜਾ ਸਾਨੂੰ ਨਿਰਣਾ ਪਤਾ ਲੱਗ ਸਕੇ, ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇ, ਗੁਰੂ ਦੇ ਦਰਬਾਰ ਅੰਦਰ ਅਸੀਂ ਆਪਣੇ ਜੀਵਨ ਦੀ ਘਾਲ ਕਮਾਈ ਮਿਹਨਤ ਤੇ ਮਸ਼ੱਕਤ ਕਰਨੀ ਹੈ। ਜਦੋਂ ਸਤਿਗੁਰੂ ਦੇ ਦਰਬਾਰ ਵਿੱਚ ਵਿਚਰਦਿਆਂ ਹੋਇਆਂ, ਸੇਵਾ ਕਰਦਿਆਂ, ਸਿਮਰਨ ਕਰਦਿਆਂ, ਭਜਨ ਬੰਦਗੀ ਕਰਦਿਆਂ ਹੋਇਆਂ ਇੱਕ ਸਮਾਂ ਇਦਾਂ ਦਾ ਆਵੇਗਾ ਜਿਸ ਸਮੇਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਤੀ ਰੂਪ ਦੇ ਅੰਦਰ ਇਸ ਜੀਵ ਇਸਤਰੀ ਦੇ ਨਾਲ ਮਿਲਾਪ ਹੋ ਜਾਵੇਗਾ। ਸਾਹਿਬ ਆਖਿਆ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ। ਜਿਸ ਪ੍ਰਕਾਰ ਇਨਸਾਨੀ ਤੌਰ ਦੇ ਉੱਤੇ, ਸੰਸਾਰਕ ਤੌਰ ਦੇ ਉੱਤੇ ਬੱਚੇ ਬੱਚੀ ਦੇ ਵਿਆਹ ਦਾ ਦਿਨ ਨਿਯਤ ਕੀਤਾ ਜਾਂਦਾ ਹੈ, ਉਹ ਜਿਹੜਾ ਸਾਹਾ, ਜਿਹੜਾ ਉਹ ਵੇਲਾ ਘੜੀ ਮਿਥਿਆ ਜਾਂਦਾ ਹੈ, ਉਸ ਦਿਨ ਪਤਾ ਹੁੰਦਾ ਹੈ, ਲੜਕੀ ਇਸ ਗੱਲ ਦਾ ਗਿਆਨ ਰੱਖਦੀ ਹੈ ਕਿ ਅੱਜ ਦੇ ਦਿਹਾੜੇ ਮੈਨੂੰ ਵਿਆਹਣ ਵਾਲਾ ਆਪਣੇ ਰਿਸ਼ਤੇਦਾਰਾਂ ਤੇ ਪਰਿਵਾਰ ਦੇ ਸਮੇਤ ਆਵੇਗਾ, ਔਰ ਉਹ ਸਾਹਾ ਅਟਲ ਹੈ, ਉਹਦੇ ਤੋਂ ਮੁਨਕਰ ਨਹੀਂ, ਇਨਕਾਰੀ ਨਹੀਂ ਹੋ ਜਾਇਆ ਜਾਂਦਾ, ਉਹਦੇ ਤੋਂ ਇਨਕਾਰੀ ਨਹੀਂ ਹੋ ਸਕਦਾ। ਸਾਹਿਬ ਆਖਣ ਲੱਗੇ ਉਹ ਇੱਕ ਸੰਸਾਰੀ ਰੀਤ ਹੈ, ਪਰ ਇੱਧਰ ਜਿਹੜੀ ਰੀਤ ਹੈ ਇਹ ਹੈ ਜੀਵ ਇਸਤਰੀ ਦਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਤੀ ਦੇ ਨਾਲ ਮਿਲਾਪ ਦਾ ਵੇਲਾ। ਸਾਹਿਬ ਆਖਿਆ ਇਹ ਸੰਜੋਗ ਹੈ, ਪਰ ਇਸ ਸੰਜੋਗ ਦਾ ਵੇਲਾ ਮਿਹਨਤ ਤੇ ਮਸ਼ੱਕਤ ਤੋਂ ਬਾਅਦ ਆਵੇਗਾ। ਪਰ ਇਹ ਵੀ ਨਿਰਣਾ ਦੇ ਦਿੱਤਾ ਕਿ ਨਿਰਾਸ਼ਤਾ ਵਿੱਚ ਜਾਣ ਦੀ ਲੋੜ ਨਹੀਂ ਹੈ। ਸਾਡਾ ਕਰਮ ਹੈ ਕਿ ਅਸੀਂ ਬੰਦਗੀ ਭਗਤੀ ਵਿੱਚ ਜੁੜੇ ਰਹੀਏ, ਸੇਵਾ ਤੇ ਸਿਮਰਨ ਵਿੱਚ ਜੁੜ ਜਾਈਏ। ਇੱਕ ਦਿਨ ਉਹ ਵੇਲਾ, ਉਹ ਘੜੀ, ਉਹ ਸਾਹਾ ਜ਼ਰੂਰ ਆਵੇਗਾ। ਸੁਖ ਹੈ ਸਮੂਹ ਭਇਆ ਗਿਆ ਵਿਜੋਗੋ ਰਾਮ। ਸੁੱਖਾਂ ਦਾ ਇਕੱਠ, ਸੁਖ ਹੈ ਸਮੂਹ ਕੀ ਹੈ? ਜਦੋਂ ਹਰੀ ਕਰਤਾ ਪੁਰਖ ਵਾਹਿਗੁਰੂ ਜੀ ਦਾ ਜੀਵ ਇਸਤਰੀ ਦੇ ਨਾਲ ਮਿਲਾਪ ਹੋ ਗਿਆ, ਫਿਰ ਆਪਾਂ ਇੱਕ ਇੱਕ ਸੁੱਖ ਦੇ ਪਿੱਛੇ ਭੱਜਣ ਵਾਲੇ, ਉਹ ਬਿਰਤੀ ਨਹੀਂ ਰਹਿ ਜਾਂਦੀ। ਸਾਹਿਬ ਕਹਿੰਦੇ ਫਿਰ ਇਕੱਠੇ ਹੀ ਸਾਰੇ ਸੁੱਖ ਉਹ ਜੀਵ ਦੇ ਜੀਵਨ ਅੰਦਰ ਆ ਕੇ ਤੇ ਉਹ ਜੀਵ ਨੂੰ ਅਤਿਅੰਤ ਪ੍ਰਸੰਨ ਕਰਦੇ ਨੇ। ਗਿਆ ਵਿਜੋਗੋ ਰਾਮ, ਕਿਉਂਕਿ ਵਿਛੋੜਾ ਮੁੱਕ ਜਾਂਦਾ ਹੈ, ਪਤੀ ਪ੍ਰਭੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ, ਫਿਰ ਪਿੱਛੇ ਦੁੱਖ ਕਿਹੜਾ ਰਹਿ ਜਾਵੇਗਾ। ਸਗੋਂ ਸੁੱਖਾਂ ਦਾ ਸਮੂਹ ਭੰਡਾਰ, ਸੁੱਖਾਂ ਦੇ ਦੇਵਣ ਵਾਲਾ, ਸੁਖ ਨਿਧਾਨ ਦਾਤਾ ਜਦੋਂ ਹਿਰਦੇ ਦੀ ਸੇਜ ਮਾਲਕ ਬਣਿਆ ਤੇ ਪਿੱਛੇ ਫਿਰ ਦੁੱਖਾਂ ਦਾ ਕੋਈ ਵੀ ਜਿਹੜਾ ਹੈ
ਕਿਣਕਾ ਮਾਤਰ ਵੀ ਲੱਭਿਆ ਨਹੀਂ ਲੱਭਦਾ ਹੈ। ਮਿਲ ਸੰਤ ਆਏ ਪ੍ਰਭ ਧਿਆਏ, ਬਣੇ ਆਚਰਜ ਜਾਂਜੀਆਂ। ਹੁਣ ਸੰਸਾਰੀ ਤੌਰ ਦੇ ਉੱਤੇ ਜਦੋਂ ਕੋਈ ਬਾਰਾਤ ਲੜਕੀ ਵਾਲਿਆਂ ਦੇ ਘਰ ਢੁਕਦੀ ਹੈ, ਆਉਂਦੀ ਹੈ ਨਾ, ਤੇ ਉਹਦੇ ਵਿੱਚ ਕਿਸੇ ਵੀ ਬਿਰਤੀ ਦਾ ਕੋਈ ਬੰਦਾ ਹੋਵੇ ਉਹ ਸ਼ਾਮਲ ਹੋ ਜਾਂਦਾ। ਪਰ ਜਦੋਂ ਜੀਵ ਇਸਤਰੀ ਦਾ ਪ੍ਰਭੂ ਦੇ ਨਾਲ ਮਿਲਾਪ ਦਾ ਸਾਹਾ ਵੇਲਾ ਆਉਣਾ ਹੈ, ਜੋ ਉਹਦੇ ਵਾਸਤੇ ਜਾਂਜੀ ਬਣਨੇ, ਸਹਾਈ ਬਣਨੇ, ਜਿਨ੍ਹਾਂ ਨਾਲ ਚੱਲਣਾ, ਉਹ ਕੌਣ ਹੈ? ਸੰਤ ਜਨ। ਉਹ ਰੱਬ ਦੇ ਪਿਆਰੇ ਹੀ ਉੱਥੇ ਜਿਹੜੇ ਨੇ ਉਹ ਸਹਾਈ ਬਣ ਕੇ ਤੇ ਫਿਰ ਇਸ ਮਿਲਾਪ ਦੇ ਗਵਾਹ ਬਣਦੇ ਹਨ। ਮਿਲ ਇਕਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਂਜੀਆਂ। ਜਦੋਂ ਸੰਸਾਰੀ ਤੌਰ ਤੇ ਬਾਰਾਤ ਆਵੇ, ਉੱਥੇ ਢੋਲ ਢਮੱਕਾ ਸ਼ੋਰ ਸ਼ਰਾਬਾ ਹੈ, ਉੱਥੇ ਇੱਕ ਦੂਜੇ ਨੂੰ ਕਿਸੇ ਦੇ ਬਾਰੇ ਕੋਈ ਗਿਆਨ ਪਤਾ ਨਹੀਂ ਵੀ ਕੀ ਕਰ ਰਹੇ ਆ। ਸੰਸਾਰੀ ਥੋੜੇ ਚਿਰ ਦੀ ਖੁਸ਼ੀ ਦੇ ਅੰਦਰ ਲੋਕ ਰੁੱਝ ਕਰਕੇ ਤੇ ਉਹ ਹੋਰ ਪਾਸੇ ਨੂੰ ਤੁਰ ਪੈਂਦੇ ਨੇ। ਪਰ ਸਾਹਿਬ ਆਖਣ ਲੱਗੇ ਜਦੋਂ ਰੱਬ ਦੇ ਪਿਆਰੇ ਟੁਕਾ ਕਰਦੇ ਨੇ ਨਾ ਜੀਵਨ ਦੇ ਅੰਦਰ, ਉਹ ਸਹਿਜ ਵਿੱਚ ਟੁਕਦੇ ਨੇ। ਤੇ ਉਹਨਾਂ ਸਹਿਜ ਵਿੱਚ ਟੁਕਿਆ ਹੋਇਆਂ ਨੂੰ ਜਦੋਂ ਸਹਾਇਤਾ ਦੇ ਲਈ ਚੁਣਿਆ ਜਾਂਦਾ ਹੈ, ਜਿਹੜੀ ਉਹ ਪ੍ਰੀਤ ਉਪਜਦੀ ਹੈ ਮਨ ਦੇ ਅੰਦਰ, ਸਹਾਈ ਬਣਦੀ ਹੈ ਕਿ ਪ੍ਰਭੂ ਦਾ ਮਿਲਾਪ ਹਾਸਲ ਹੋ ਜਾਵੇ। ਉਦੋਂ ਜਾਂਜੀ ਤੇ ਮਾਂਜੀ ਦੋਵੇਂ ਪਾਸੇ ਉਹ ਰੱਬੀ ਪਿਆਰ ਵਿੱਚ ਰੁੱਝੇ ਹੋਏ, ਸਹਿਜ ਵਿੱਚ ਟਿਕੇ ਹੋਏ, ਇਸ ਮਿਲਾਪ ਦੇ ਇਸ ਅਵਸਥਾ ਦੇ ਗਵਾਹ ਬਣ ਕੇ ਚੱਲਦੇ ਹਨ। ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ। ਹੁਣ ਉਹ ਮਿਲਾਪ ਕੈਸਾ ਹੈ? ਉਹ ਮਿਲਾਪ ਇਦਾਂ ਦਾ ਵੀ ਜੀਵ ਇਸਤਰੀ ਤੇ ਪ੍ਰਭੂ ਫਿਰ ਦੋਵੇਂ ਵੱਖ ਨਹੀਂ ਰਹਿੰਦੇ, ਉਹ ਓਤ ਪੋਤ ਹੋ ਜਾਂਦੇ ਨੇ। ਜਿਵੇਂ ਸਾਗਰ ਤੇ ਸਾਗਰ ਦੀਆਂ ਲਹਿਰਾਂ ਇੱਕ ਨੇ, ਇਸੇ ਤਰ੍ਹਾਂ ਜਿਨ੍ਹਾਂ ਨਾ ਵਿਸਰੈ ਨਾਮ, ਸੇ ਕਿਨੇਹਿਆ ਭੇਦ ਨਾ ਜਾਣੋ ਮੂਲ, ਸਾਈਂ ਜਿਹਿਆ ਜਿਨ ਹਰ ਜਪਿਆ ਸੇ ਹਰ ਹੋਏ। ਰੱਬ ਦੇ ਪਿਆਰੇ ਜਦੋਂ ਉਦੋਂ ਸਿਮਰਦੇ ਨੇ, ਜਪਦੇ ਨੇ, ਉਹਨਾਂ ਵਿੱਚ ਤੇ ਰੱਬ ਜੀ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਇਹ ਅਵਸਥਾ ਦੀ ਗੱਲ ਹੈ, ਕਿਉਂਕਿ ਉਹ ਸੰਸਾਰਿਕ ਤੌਰ ਦੇ ਉੱਤੇ ਵਿਚਰਦਿਆਂ ਹੋਇਆਂ ਵੀ ਰੱਬ ਦੇ ਦਿੱਤੇ ਹੋਏ ਨੂੰ ਭੋਗਦੇ, ਵਿਆਜਦੇ ਨੇ, ਨਾਮ ਵਿੱਚ ਜੁੜੇ ਰਹਿੰਦੇ ਨੇ। ਓਤ ਪੋਤ ਹੋ ਕਰਕੇ ਉਹ ਆਪਣੇ ਜੀਵਨ ਦੇ ਅੰਦਰ ਪ੍ਰਭੂ ਦਾ ਸਾਥ ਮਾਣਦੇ ਹਨ। ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ। ਇਹ ਅਰਦਾਸ ਕਰੀਏ ਵੀ ਸਾਨੂੰ ਸੰਗਤ ਉਹਨਾਂ ਦੀ ਨਸੀਬ ਹੋਵੇ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੀ ਨਸੀਬ ਹੋਵੇ ਜਿਹੜੇ ਗੁਰਮੁਖ ਜਨ ਨੇ। ਸਾਕਤ ਦੀ ਸੰਗਤ ਸਤਿਗੁਰੂ ਅੱਗੇ ਅਰਦਾਸ ਕਰਿਆ ਕਰੀਏ, ਮਹਾਰਾਜ ਸਾਕਤ ਦੀ ਸੰਗਤ ਨਾ ਦੇਈ। ਸਾਹਿਬ ਅਰਦਾਸ ਕਰਕੇ ਕਹਿੰਦੇ ਨੇ, ਕਿਰਪਾ ਕਰਿਓ ਸਾਹਿਬ ਜੀ ਉਹ ਮਿਲਾਇਓ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੋ ਸਭਨਾ ਗੱਲਾਂ ਦੇ ਕਰਨ ਵਾਲਾ ਹੈ, ਸਮਰੱਥ ਪ੍ਰਭੂ ਹੈ, ਜਿਨ੍ਹਾਂ ਨੇ ਉਹਦਾ ਮਿਲਾਪ ਹਾਸਲ ਕੀਤਾ, ਉਹਨਾਂ ਦੀ ਸੰਗਤ ਵਿੱਚ ਸਾਨੂੰ ਬਹਿਣਾ ਨਸੀਬ ਹੋਵੇ। ਭਵਨ ਸੁਹਾਵੜਾ ਧਰਤ ਸੁਭਾਗੀ ਰਾਮ। ਹੁਣ ਚੌਥੇ ਪਦੇ ਦੇ ਅੰਦਰ ਉਹ ਅਵਸਥਾ ਜਦੋਂ ਸਾਹਿਬ ਆਖਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿਲਾਪ ਤੋਂ ਬਾਅਦ ਇਹ ਮਨੁਏ ਦੀ ਹਾਲਤ ਕੀ ਹੈ? ਹਿਰਦੇ ਰੂਪੀ ਸੇਜ ਤੇ ਉਹ ਪ੍ਰਭੂ ਪਤੀ ਦਾ ਜਿਹੜਾ ਹੈ ਉਹ ਟਿਕਾਣਾ ਲੱਗ ਚੁੱਕਿਆ ਹੈ। ਇਹ ਦੇਹ ਵੀ ਸੁੰਦਰ ਹੈ ਔਰ ਉਹਦੇ ਬਾਅਦ ਇਸ ਦੇਹ ਧਰਤੀ ਨੂੰ ਸੁਭਾਗਾ ਗਿਣਿਆ ਜਾਂਦਾ ਹੈ। ਆਪਾਂ ਬਚਨ ਪੜ੍ਹਦੇ ਆ ਨਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਕੇਵਲ ਬਾਹਰੀ ਤੌਰ ਤੇ ਤਾਂ ਹੈ ਕਿ ਜਿੱਥੇ ਜਿੱਥੇ ਸਾਹਿਬ ਦੇ ਚਰਨ ਪਏ ਉਹ ਜਗ੍ਹਾ ਵਡਿਆਉਣ ਯੋਗ ਹੈ, ਪਰ ਜੇ ਸ਼ਬਦ ਨੇ ਹਿਰਦੇ ਅੰਦਰ ਵਾਸ ਕਰ ਲਿਆ, ਇਹ ਹਿਰਦਾ ਵੀ ਧਨਤਾ ਦਾ ਪਾਤਰ ਬਣ ਗਿਆ ਹੈ। ਪ੍ਰਭ ਘਰ ਆਏ ਅੜਾ, ਗੁਰ ਚਰਨੀ ਲਾਗੀ ਰਾਮ। ਗੁਰੂ ਚਰਨਾਂ ਵਿੱਚ ਜੁੜ ਕਰਕੇ ਪ੍ਰਭੂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਇਸ ਹਿਰਦੇ ਰੂਪੀ ਘਰ ਦੇ ਅੰਦਰ ਆ ਪਹੁੰਚਿਆ ਹੈ। ਗੁਰ ਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆਂ। ਗੁਰਦੇਵ ਦੇ ਕੋਲੋਂ ਹੀ ਇਹ ਦਾਤ ਪ੍ਰਾਪਤ ਹੋਈ ਹੈ। ਆਤਮਿਕ ਤੌਰ ਤੇ ਅਡੋਲਤਾ ਮਿਲ ਗਈ, ਆਤਮਿਕ ਤੌਰ ਤੇ ਗਿਆਨ ਪ੍ਰਾਪਤ ਹੋ ਗਿਆ, ਤੇ ਜੋ ਇਛਾਵਾਂ ਸਨ ਮਨ ਦੀਆਂ ਉਹ ਸਾਰੀਆਂ ਦੀ ਪੂਰਤੀ ਪ੍ਰਭੂ ਪਤੀ ਦੇ ਮਿਲਾਪ ਵਿੱਚੋਂ ਸਾਰਾ ਕੁਝ ਹਾਸਲ ਹੋ ਗਿਆ ਹੈ। ਮੇਰੀ ਆਸ ਪੂਰੀ ਸੰਤ ਧੂਰੀ,
ਹਰ ਮਿਲੇ ਕੰਤ ਵਿਸ਼ੁੰਨਿਆ। ਸਾਹਿਬ ਆਖਿਆ ਗੁਰਦੇਵ ਦੀ ਚਰਨ ਧੂੜ, ਸਤਿਗੁਰਾਂ ਦੀ ਚਰਨ ਧੂੜ ਨੇ ਇਹਨਾਂ ਜੀਵ ਦਾ ਭਲਾ, ਜੀਵਨ ਦਾ ਭਲਾ ਕਰ ਦਿੱਤਾ ਹੈ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਚਿਰਾਂ ਤੋਂ ਵਿਛੜਿਆ ਵਿਛੁੰਨਾ ਹੋਇਆ ਸੀ, ਉਹਦੇ ਮਿਲਾਪ ਦਾ ਸਬਬ ਸਤਿਗੁਰੂ ਬਣੇ, ਰੱਬ ਦੇ ਪਿਆਰੇ ਬਣੇ ਤੇ ਉਸ ਪਤੀ ਪ੍ਰਭੂ ਦਾ ਮਿਲਾਪ ਹਾਸਲ ਹੋ ਗਿਆ ਹੈ। ਆਨੰਦ ਅਣ ਦਿਨ ਵਜਹਿ ਵਾਜੇ, ਅਹੰ ਮਤ ਮਨ ਕੀ ਤਿਆਗੀ। ਹੁਣ ਇਸ ਹਿਰਦੇ ਦੇ ਅੰਦਰ ਉਹ ਵਾਜਾ, ਉਹ ਖੁਸ਼ੀ ਹੈ ਜਿਹੜੀ ਆਨੰਦ ਦੀ ਹੈ। ਖੁਸ਼ੀ ਦੇ ਸਮੇਂ ਕਿਸੇ ਦੇ ਘਰ ਵਿੱਚ ਵਾਜਾ ਵੱਜੇ, ਉਹਨੂੰ ਸਦੀਵੀ ਨਹੀਂ ਗਿਣਿਆ ਜਾਂਦਾ, ਕਿਉਂਕਿ ਉਸੇ ਘਰ ਵਿੱਚ ਕਦੀ ਫਿਰ ਰੋਣ ਵੀ ਹੋਵੇਗਾ, ਉੱਥੇ ਕਦੀ ਸੋਗ ਵੀ ਹੋਵੇਗਾ। ਇੱਕੋ ਰੱਬ ਦੇ ਪਿਆਰੇ ਦਾ ਹਿਰਦਾ ਜਿਹੜਾ ਆਨੰਦ ਨਾਲ ਲਬਰੇਜ਼ ਰਹਿੰਦਾ ਹੈ, ਜਿੱਥੇ ਹਰਖ ਤੇ ਸੋਗ, ਖੁਸ਼ੀ ਤੇ ਗਮੀ ਦਾ ਕੋਈ ਪ੍ਰਭਾਵ ਨਹੀਂ। ਸਾਹਿਬ ਕਹਿੰਦੇ ਅਹੰਗ ਭਾਵ ਮਨ ਦੀ ਅਹੰਗਤਾ, ਮਨ ਦੀ ਮਤ ਨੂੰ ਹੁਣ ਤਿਆਗ ਦਿੱਤਾ ਹੈ, ਕਿਉਂਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਇਹ ਗੁਰੂ ਦੇ ਮਿਲਾਪ ਵਿੱਚੋਂ ਆਨੰਦ ਦਾ ਵਾਜਾ, ਇਹ ਸदैव ਧੁਨ ਪ੍ਰਾਪਤ ਹੋਈ ਹੈ। ਬਿਨਵੰਤ ਨਾਨਕ ਸਰਨ ਸੁਆਮੀ, ਸੰਤ ਸੰਗ ਲਿਵ ਲਾਗੀ। ਇਹੀ ਅਰਦਾਸ ਬੇਨਤੀ ਕਰੀਏ, ਸਤਿਗੁਰੂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਜੁੜਿਆਂ ਹੀ ਸਾਡੀ ਲਿਵ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੋਈ ਹੈ। ਤੇ ਇਹ ਅਰਦਾਸ ਆਪਣੇ ਜੀਵਨ ਲਈ ਜ਼ਰੂਰ ਕਰੀਏ। ਸਤਿਗੁਰੂ ਤੁਸੀਂ ਕਿਰਪਾ ਕਰਦੇ ਹੋ, ਉਦਮ ਦਿੰਦੇ ਹੋ, ਤੁਹਾਡੇ ਦਰ ਦਰਬਾਰ ਅੰਦਰ ਹਾਜ਼ਰੀ ਭਰੀ ਦੀ ਹੈ। ਹੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਿਓ, ਜੇ ਆਪਣੇ ਦਰ ਦੇ ਦਰਸ਼ਨ ਇਹਨਾਂ ਨੇਤਰਾਂ ਨਾਲ ਬਖਸ਼ਦੇ ਹੋ, ਇੱਕ ਤਰਸ ਕਰਿਓ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਛੇਤੀ ਰਤਿਆਂ ਦਰਗਹਿ ਪਾਈਐ ਠਾਉ। ਅਸੀਂ ਮਨ ਕਰਕੇ, ਚਿੱਤ ਕਰਕੇ ਹਰੀ ਨਾਲ ਜੁੜ ਜਾਈਏ, ਤਾਂ ਕਿ ਰੱਬੀ ਦਰਗਾਹ ਦੇ ਅੰਦਰ ਸਾਡੀ ਇੱਜ਼ਤ ਪਤ ਪੈਜ ਬਣ ਆਵੇ। ਸਾਹਿਬ ਆਖਿਆ ਬਸ ਇਹ ਲਿਵ ਜਿਹੜੀ ਹੈ ਗੁਰੂ ਦੇ ਕੋਲੋਂ ਇਹ ਦਾਤ ਪ੍ਰਾਪਤ ਕਰੀਏ ਵੀ ਸਾਡਾ ਵਿਛੋੜਾ ਕਦੇ ਨਾ ਪਵੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਅੱਜ ਦੇ ਇਸ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਇਆ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਉਹ ਸਭਨਾਂ ਦਾ ਮਾਲਕ ਹੈ, ਸਭਨਾਂ ਦਾ ਪਤੀ ਖਸਮ ਹੈ। ਉਸ ਖਸਮ ਦਾ ਸਾਥ ਮੰਨਣ ਵਾਸਤੇ ਮਨ ਦੇ ਅੰਦਰ ਬੇਬਲਤਾ ਪੈਦਾ ਕਰੀਏ, ਅਰਦਾਸ ਕਰਕੇ ਉਹਦੇ ਨਾਲ ਜੁੜਨ ਦਾ ਯਤਨ ਕਰੀਏ, ਬੰਦਗੀ, ਮਿਹਨਤ, ਮਸ਼ੱਕਤ, ਭਗਤੀ ਦੀ ਕਰੀਏ। ਬੰਦਗੀ ਨੂੰ ਕਰਨ ਤੋਂ ਬਾਅਦ ਇੱਕ ਸਮਾਂ ਜ਼ਰੂਰ ਆਵੇਗਾ ਜਦੋਂ ਸਾਡੀ ਹੋਈ ਕੀਤੀ ਹੋਈ ਮਿਹਨਤ ਨੂੰ ਫਲ ਪਵੇਗਾ, ਜਦੋਂ ਮਸ਼ੱਕਤ ਨੂੰ ਫਲ ਤੇ ਆਈ ਹੋਈ ਨੂੰ ਗੁਰੂ ਭਾਗ ਲਾਵੇਗਾ ਤੇ ਪ੍ਰਭੂ ਦਾ ਮਿਲਾਪ ਹਾਸਲ ਹੋਵੇਗਾ। ਉਦੋਂ ਇਹ ਸਰੀਰ, ਇਹ ਦੇਹ, ਇਹ ਆਤਮਾ, ਇਹਦਾ ਰੂਪ ਸਾਰੇ ਰੂਪਾਂ ਤੋਂ ਸੁਹਾਵਣਾ ਬਣ ਸਕੇਗਾ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਕਰਨਾ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਿਓ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ੁਕਰ ਹੈ, ਜਿਨ੍ਹਾਂ ਨੇ ਕਿਰਪਾ ਕੀਤੀ, ਅਸੀਸ ਬਖਸ਼ੀ, ਉਦਮ ਬਖਸ਼ਿਆ, ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਹਾਰਦਿਕ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿਨਾਂ ਦਾ ਵੀ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਆਨੰਦ ਅਣ ਦਿਨ ਵਜਹਿ ਵਾਜੇ, ਅਹੰ ਮਦ ਮਨ ਕੀ ਤਿਆਗੀ। ਬਿਨਵੰਤ ਨਾਨਕ ਸਰਣ ਸੁਆਮੀ, ਸੰਤ ਸੰਗ ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।